ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਗੁਰੂਸਰ ਖੁੱਡਾ ਹੁਸ਼ਿਆਰਪੁਰ ਤੋਂ ਅੱਜ ਫਿਰ ਅਸੀਂ ਅਗਮ ਬਾਣੀ ਟੀਵੀ 'ਤੇ YouTube ਚੈਨਲ 'ਤੇ ਜੋ ਪਿਛਲੀ ਵਾਰ ਕੋਵਿਡ-19  'ਤੇ ਗੱਲਬਾਤ ਕੀਤੀ ਸੀ, ਅੱਜ ਦੇ ਵਿਚਾਰ ਦੇ ਵਿੱਚ ਜੋ ਸੰਪਰਦਾਵਾਂ ਨੇ ਉਹਨਾਂ 'ਤੇ ਵਿਚਾਰ ਕਰਾਂਗੇ। ਜਿਸ ਤਰ੍ਹਾਂ ਸਾਰੇ ਧਰਮਾਂ ਦਾ ਅਧਿਐਨ ਕਰਦੇ ਹਾਂ, ਹਰ ਧਰਮ ਦੇ ਵਿੱਚ ਸੰਪਰਦਾ ਹੈ। ਬੇਸ਼ੱਕ ਦੀ ਯਹੂਦੀ ਧਰਮ ਹੈ, ਈਸਾਈ ਧਰਮ ਹੈ, ਇਸਲਾਮ ਹੈ, ਬੁੱਧ ਧਰਮ ਹੈ, ਜੈਨ ਧਰਮ ਹੈ, ਹਿੰਦੂ ਮਤ ਹੈ, ਸਿੱਖ ਪੰਥ ਹੈ। ਸਾਰੇ ਧਰਮਾਂ ਦੇ ਵਿੱਚ ਸੰਪਰਦਾਵਾਂ ਨੇ। ਸੰਪਰਦਾਵਾਂ ਦਾ ਮੂਲ ਜਿਹੜਾ ਕਾਰਜ ਹੈ ਉਹ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਜੋ ਧਰਮ ਦੇ ਨਾਲ ਮੂਲ ਰੂਪ ਦੇ ਵਿੱਚ ਜੁੜੀਆਂ ਹੁੰਦੀਆਂ ਨੇ। ਅਤੇ ਅੱਜ ਇਸ ਸੰਪਰਦਾਵਾਂ ਦੇ ਉੱਤੇ ਅਸੀਂ ਵਿਚਾਰ ਕਰਾਂਗੇ। ਮੇਰੇ ਨਾਲ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਗੁਰੂਸਰ ਖੁੱਡੇ ਵਾਲੇ, ਉਹਨਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ। ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਇਹ ਦੱਸੋ ਕਿ ਜਿਹੜੀਆਂ ਸੰਪਰਦਾਵਾਂ ਨੇ, ਜਿਵੇਂ ਬਾਕੀ ਧਰਮਾਂ ਦੇ ਵਿੱਚ ਹੈ, ਜਿਸ ਤਰ੍ਹਾਂ ਮੈਂ ਦੱਸਿਆ, ਔਰ ਸਿੱਖ ਪੰਥ ਦੇ ਵਿੱਚ ਵੀ ਸੰਪਰਦਾਵਾਂ ਨੇ। ਸਿੱਖ ਪੰਥ ਦੇ ਵਿੱਚ ਨਿਰਮਲ ਸੰਪਰਦਾ, ਉਦਾਸੀ ਸੰਪਰਦਾ, ਸੇਵਾ ਪੰਥੀ ਅਤੇ ਨਿਹੰਗ ਸਿੰਘ ਜਥੇਬੰਦੀਆਂ, ਇਹ ਚਾਰ ਸੰਪਰਦਾਵਾਂ ਗੁਰੂ ਕਾਲ ਤੋਂ ਅੱਜ ਤੱਕ ਕਾਰਜਸ਼ੀਲ ਹੈ, ਉਹ ਆਪਣਾ ਕਾਰਜ ਕਰ ਰਹੀਆਂ ਨੇ। ਪਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸੰਪਰਦਾ ਬਾਰੇ ਪਤਾ ਨਹੀਂ ਹੈ, ਬਹੁਤ ਸਾਰਿਆਂ ਦੇ ਮਨ ਦੇ ਵਿੱਚ ਭੁਲੇਖੇ ਹੁੰਦੇ ਆ। ਉਹ ਸੋਚਦੇ ਆ ਇਹ ਸੰਪਰਦਾਵਾਂ ਕਾਹਦੇ ਵਾਸਤੇ ਆ, ਕਿਉਂ ਹੈ, ਇਹਨਾਂ ਦਾ ਕੀ ਕੰਮ ਹੈ, ਇਹਨਾਂ ਦੀ ਕੀ ਲੋੜ ਹੈ। ਬੜੇ ਸਾਰੇ ਸਵਾਲ ਹੁੰਦੇ ਆ ਅਤੇ ਆਪ ਜੀ ਤੋਂ ਜਾਣਨ ਦਾ ਯਤਨ ਕਰਾਂਗੇ ਕਿ ਸੰਪਰਦਾਵਾਂ ਦੇ ਵਿੱਚ ਜਿਸ ਤਰ੍ਹਾਂ ਨਿਰਮਲ ਸੰਪਰਦਾ, ਇਹ ਵੀ ਗੁਰੂ ਕਾਲ ਤੋਂ ਚੱਲ ਰਹੀ ਹੈ। ਅਤੇ ਇਹਦੀ ਆਰੰਭਤਾ ਨਿਰਮਲ ਸੰਪਰਦਾ ਦੀ ਕਦੋਂ ਹੋਈ ਹੈ, ਕਿਸ ਗੁਰੂ ਸਾਹਿਬ ਤੋਂ ਹੋਈ ਹੈ ਅਤੇ ਕਿਸ ਜਗ੍ਹਾ 'ਤੇ ਹੋਈ ਹੈ, ਇਸ ਬਾਰੇ ਆਪ ਜੀ ਜਾਣਨ ਦਾ ਸੰਗਤਾਂ ਨੂੰ ਆਪ ਜੀ ਦੱਸੋ। ਅਸਲ ਵਿੱਚ ਕੋਈ ਵੀ ਧਰਮ ਦਾ ਬਾਨੀ, ਧਰਮ ਦਾ ਆਚਾਰੀਆ ਕਿਸੇ ਧਰਮ ਦੀ ਬੁਨਿਆਦ ਰੱਖਦਾ ਹੈ ਤਾਂ ਉਸ ਵੇਲੇ ਉਹ ਧਰਮ ਜਿਹੜਾ ਇਕੱਲਾ ਹੀ ਬੁਨਿਆਦੀ ਅਸੂਲਾਂ 'ਤੇ ਖੜ੍ਹਦਾ। ਜਿਸ ਤਰ੍ਹਾਂ ਸਿੱਖ ਪੰਥ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੁਨਿਆਦੀ ਤੌਰ 'ਤੇ ਸਿੱਖ ਧਰਮ ਦਾ ਆਰੰਭਤਾ ਜਿਹੜੀ ਹੈ ਉਹ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ ਜੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ, ਉਹਨਾਂ ਦੇ ਧਰਮ ਦੇ ਜਿਹੜੇ ਨਿਯਮ ਸੀ, ਉਹਨਾਂ ਨੂੰ ਸਮਝਿਆ। ਵਾਸਤਵ ਵਿੱਚ ਉਹੀ ਨਿਰਮਲੇ ਕਹਾਏ ਜੀ। ਭਾਈ ਗੁਰਦਾਸ ਜੀ ਨੇ ਉਸ ਗੁਰੂ ਨਾਨਕ ਦੇ ਧਰਮ ਬਾਰੇ ਬੜਾ ਹੀ ਸਪਸ਼ਟ ਸ਼ਬਦ ਕਿਹਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜੀ। ਔਰ ਇਸੇ ਤਰ੍ਹਾਂ ਭੱਟਾਂ ਨੇ ਵੀ ਨਿਰਮਲ ਪੰਥ ਬਾਰੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ 'ਚ ਜਾ ਕੇ ਗੱਲ ਬੜੀ ਸਪਸ਼ਟ ਅਤੇ ਬੋਲਡ ਸ਼ਬਦਾਂ ਵਿੱਚ ਕਹੀ, ਤਗੜੇ ਸ਼ਬਦਾਂ 'ਚ ਕਹੀ, ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਗੁਰ ਨਾ ਕੋ। ਅਸੀਂ ਇਹਨਾਂ ਦੋਨਾਂ ਜਿਹੜੇ ਵਾਕ ਨੇ ਭਾਈ ਗੁਰਦਾਸ ਜੀ ਦਾ ਔਰ ਭੱਟਾਂ ਦੀ ਬਾਣੀ ਦਾ, ਇਹ ਸ਼ਬਦ ਹੈ, ਇਹਦੇ ਵਿੱਚ ਪੰਥ ਸ਼ਬਦ ਅਤੇ ਭੇਖ ਸ਼ਬਦ ਆਇਆ ਜੀ। ਅੱਜ ਕੱਲ੍ਹ ਦੇ ਕੁਝ ਵਿਦਵਾਨ ਇਹ ਗੱਲ ਕਹਿੰਦੇ ਜੀ ਪੰਥ ਸ਼ਬਦ, ਭੇਖ ਸ਼ਬਦ ਜਿਹੜਾ ਹੈ ਇਹ ਨਿਰਮਲ ਸੰਪਰਦਾ ਬਾਰੇ ਨਹੀਂ ਹੈ। ਸੋਚ ਆਪੋ ਆਪਣੀ ਹੈ। ਕੋਈ ਧਰਮ ਵੀ ਬੁਨਿਆਦੀ ਤੌਰ 'ਤੇ ਪਹਿਲਾਂ ਆਪਣੇ ਰੂਪ 'ਚ ਹੁੰਦਾ, ਫਿਰ ਉਹਦੇ ਵਿੱਚੋਂ ਸੰਪਰਦਾਵਾਂ ਨਿਕਲਦੀਆਂ ਨੇ ਜੀ। ਉਹ ਸੰਪਰਦਾਵਾਂ ਮੂਲ ਰੂਪ ਵਿੱਚ ਆਪਣੇ ਧਰਮ ਦੇ ਧੁਰੇ ਨਾਲ ਜੁੜੀਆਂ ਹੁੰਦੀਆਂ ਨੇ, ਪਰ ਧਰਮ ਦਾ ਪ੍ਰਚਾਰ ਕਰਨ ਵਾਸਤੇ ਵੱਖ-ਵੱਖ ਦਿਸ਼ਾਵਾਂ 'ਚ ਸਿਧਾਂਤ ਲੈ ਕੇ ਜਾਂਦੇ ਨੇ, ਉਹਨਾਂ ਨੂੰ ਸੰਪਰਦਾ ਕਹਿੰਦੇ ਨੇ ਜੀ। ਸਿੱਖ ਧਰਮ ਬੁਨਿਆਦੀ ਤੌਰ 'ਤੇ ਜਿੱਥੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਇਹ ਚੱਲਿਆ, ਸਨੇ ਦੇ ਵਿੱਚ ਸੰਪਰਦਾਵਾਂ ਜੁੜਦੀਆਂ ਗਈਆਂ ਜੀ। ਪਰ ਬਹੁਤੀਆਂ ਸੰਪਰਦਾਵਾਂ ਦਾ ਜਿਹੜਾ ਕਾਲ ਜੁੜਨ ਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ 'ਚ ਬਣਦਾ ਹੈ। ਇਹ ਠੀਕ ਹੈ, ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚੱਲਣ ਵਾਲੇ ਨਿਰਮਲੇ ਕਹਾਏ। ਔਰ ਜਦੋਂ 1686 ਵਿੱਚ
ਯਾਨੀ 1743 ਬਿਕਰਮੀ ਨੂੰ ਪਾਉਂਟਾ ਸਾਹਿਬ ਦੀ ਧਰਤੀ ਤੇ ਜੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਕਿ ਉਹਨਾਂ ਦੀ ਉਸ ਵੇਲੇ ਉਮਰ ਲਗਭਗ 17 ਕੁ ਸਾਲ ਸੀ, ਜੀ ਜੀ ਤਾਂ ਉਹਨਾਂ ਨੇ ਧਰਮ ਨੂੰ ਵਿਕਸਿਤ ਕਰਨ ਵਾਸਤੇ ਹਰ ਪਹਿਲੂ ਤੋਂ, ਹਰ ਪੱਖ ਤੋਂ ਸੋਚਿਆ, ਵਿਚਾਰਿਆ। ਉਹਨਾਂ ਨੂੰ ਦੋ ਸਿਧਾਂਤ ਜਿਹੜੇ ਸੀ, ਦੋ ਕਾਰਜ ਉਹਨਾਂ ਦੇ ਸਾਹਮਣੇ ਆਏ, ਜਿਨ੍ਹਾਂ ਕਾਰਜਾਂ ਨੂੰ ਉਹ ਪਹਿਲੇ ਧਰਮ ਦੀ ਬੁਨਿਆਦ ਨੂੰ ਪੱਕਾ ਕਰਨੇ ਰੱਖਣਾ ਚਾਹੁੰਦੇ ਸੀ। ਪਹਿਲਾ ਕਾਰਨ ਤਾਂ ਉਹਨੇ ਇਹ ਦੇਖਿਆ ਵੀ ਉਸ ਵੇਲੇ ਮੁਗਲ ਰਾਜ ਸੀ, ਅਤੇ ਮੁਗਲ ਰਾਜ ਕਿਸੇ ਨੂੰ ਵੀ ਹਥਿਆਰ ਫੜਨ ਦੀ, ਘੋੜੇ 'ਤੇ ਸਵਾਰੀ ਕਰਨ ਦੀ, ਪੈਰੀਂ ਜੁੱਤੀ ਪਾਉਣ ਦੀ, ਸਿਰ 'ਤੇ ਪੱਗ ਬੰਨ੍ਹਣ ਦੀ, ਗਊ ਭੈਂਸ ਚੰਗੀ ਲਵੇਰੀ ਘਰ ਰੱਖਣ ਦੀ, ਬਲਦ ਵਗੈਰਾ ਚੰਗਾ ਰੱਖਣ ਦਾ, ਜਾਂ ਕੋਈ ਉਹਨਾਂ ਦੀ ਧੀ ਪੁੱਤ ਨੂੰ ਸੁੰਦਰ ਹੁੰਦੇ ਸੀ, ਉਹਨਾਂ ਨੂੰ ਰੱਖਣ ਦੇ ਅਧਿਕਾਰ ਤੋਂ ਵੰਚਿਤ ਕੀਤਾ ਹੋਇਆ ਸੀ ਮੁਗਲਾਂ ਨੇ। ਠੀਕ ਹੈ। ਦੂਸਰਾ, ਜਿਹੜਾ ਸਾਡੀ ਉਸ ਵੇਲੇ ਵਿੱਦਿਆ ਦੇ ਖੇਤਰ ਸੀ, ਵਿੱਦਿਆ ਦਾ ਪੱਖ ਸੀ, ਉਹ ਬ੍ਰਾਹਮਣ ਲੋਕਾਂ ਕੋਲ ਸੀ। ਜੀ ਬ੍ਰਾਹਮਣ ਲੋਕ ਜਿਹੜੇ ਸੀ, ਉਹਨਾਂ ਨੇ ਇੱਕ ਨਿਯਮ ਬਣਾ ਲਿਆ ਵੀ ਬ੍ਰਾਹਮਣ ਵਿੱਦਿਆ ਪੜ੍ਹਾ ਸਕਦਾ, ਬ੍ਰਾਹਮਣ ਹੀ ਪੜ੍ਹ ਸਕਦਾ, ਬ੍ਰਾਹਮਣ ਹੀ ਦਾਨ ਦੇ ਸਕਦਾ, ਬ੍ਰਾਹਮਣ ਹੀ ਦਾਨ ਲੈ ਸਕਦਾ। ਜੀ ਇੱਦਾਂ ਦੇ ਕੁਝ ਸਿਧਾਂਤ ਬਣਾ ਲਏ ਜਿਹਦੇ ਵਿੱਚ ਬ੍ਰਾਹਮਣ ਦੀ ਇੱਕ ਸੱਤਾ ਨੂੰ ਕਾਇਮ ਕਰਕੇ ਸਮਾਜ ਵਿੱਚ, ਅਤੇ ਬਾਕੀ ਸਾਰੀ ਜਿਹੜੀ ਮਨੁੱਖਤਾ ਸੀ ਉਹਨਾਂ ਨੂੰ ਵਾਂਝੇ ਕਰਤਾ। ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਬੜੀ ਜ਼ਬਰਦਸਤ ਸੀ, ਕਿਉਂਕਿ ਮਹਾਰਾਜ ਤ੍ਰਿਕਾਲਦਰਸ਼ੀ ਸੀ। ਉਹਨਾਂ ਨੇ ਸੋਚਿਆ ਜਦ ਤੱਕ ਮੇਰੇ ਸਿੱਖ ਕੋਲ ਇਹ ਦੋ ਸਿਧਾਂਤ ਨਹੀਂ ਆਉਂਦੇ, ਸ਼ਸਤਰ ਨਹੀਂ ਆਉਂਦਾ ਅਤੇ ਸ਼ਾਸਤਰ ਨਹੀਂ ਆਉਂਦਾ, ਜੀ ਉਦੋਂ ਤੱਕ ਸਿੱਖ ਪੰਥ ਜਿਹੜਾ ਇਹ ਪ੍ਰਫੁੱਲਤ ਨਹੀਂ ਹੋਏਗਾ, ਵਧੇਗਾ ਨਹੀਂ। ਜੀ ਇਸ ਲਈ ਮਹਾਰਾਜ ਨੇ ਪਹਿਲਾਂ ਉਹ ਤੋਂ ਸ਼ਾਸਤਰ ਦੀ ਜਿਹੜੀ ਸੀ ਨਾ ਹੋਂਦ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਔਰ 1743 ਬਿਕਰਮੀ 1686 ਈਸਵੀ ਨੂੰ ਜੀ ਪਾਉਂਟਾ ਸਾਹਿਬ ਦੀ ਧਰਤੀ ਤੋਂ 5 ਨਿਰਮਲੇ ਸੰਤਾਂ ਨੂੰ, ਭਾਈ ਗੰਡਾ ਸਿੰਘ, ਭਾਈ ਵੀਰ ਸਿੰਘ, ਭਾਈ ਕਰਮ ਸਿੰਘ, ਭਾਈ ਸਹਿਣਾ ਸਿੰਘ ਔਰ ਭਾਈ ਰਾਮ ਸਿੰਘ, ਜੀ ਜੀ ਇਹਨਾਂ ਪੰਜਾਂ ਨੂੰ ਭਰੇ ਦੀਵਾਨ 'ਚੋਂ ਬੁਲਾ ਕੇ ਕਿਹਾ ਵੀ ਆਓ ਬੇਟਾ ਮੇਰੇ ਪਾਸ ਆਓ, ਤੁਹਾਨੂੰ ਮੈਂ ਵਿੱਦਿਆ ਲੈਣ ਵਾਸਤੇ, ਸ਼ਾਸਤਰ ਦੀ ਵਿੱਦਿਆ ਪੜ੍ਹਨ ਵਾਸਤੇ ਤੁਹਾਨੂੰ ਮੈਂ ਬਨਾਰਸ ਭੇਜ ਰਿਹਾ। ਜੀ ਹੁਣ ਇੱਥੇ ਇੱਕ ਬੜੀ ਵੱਡੀ ਮੁਸ਼ਕਲ ਖੜੀ ਹੁੰਦੀ ਹੈ ਵੀ ਬ੍ਰਾਹਮਣ ਲੋਕ ਵਿੱਦਿਆ ਜਿਹੜੀ ਹੈ ਉਹ ਬ੍ਰਾਹਮਣ ਨੂੰ ਦੇ ਰਹੇ ਨੇ, ਦੂਸਰੇ ਨੂੰ ਵਿੱਦਿਆ ਨਹੀਂ ਦਿੰਦੇ। ਜੀ ਕਿਉਂਕਿ ਮਹਾਰਾਜ ਤ੍ਰਿਕਾਲਦਰਸ਼ੀ ਸੀ, ਉਹਨਾਂ ਨੂੰ ਸਭ ਪਤਾ ਸੀ। ਮਹਾਰਾਜ ਨੇ ਇੱਕ ਜਿਹੜਾ ਸਿਧਾਂਤ ਸੀ ਉਸ ਸਿਧਾਂਤ ਨੂੰ ਪੜਚੋਲਿਆ, ਔਰ ਉਹਨਾਂ ਨੇ ਦੇਖਿਆ ਵੀ ਜਿਹੜਾ ਸੰਨਿਆਸੀ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ। ਅੱਛਾ ਜੀ। ਉਹਦਾ ਕੋਈ ਵਰਨ ਵੀ ਨਹੀਂ ਹੁੰਦਾ, ਉਹਦਾ ਕੋਈ ਆਸ਼ਰਮ ਵੀ ਨਹੀਂ ਹੁੰਦਾ। ਸੰਨਿਆਸੀ ਬਣਦਾ ਉਹ ਹੈ ਜਿਹੜਾ ਸੰਨਿਆਸ ਧਾਰਨ ਤੋਂ ਪਹਿਲਾਂ ਆਪਣੇ ਮਰਨ ਦੀਆਂ ਕਿਰਿਆਵਾਂ ਕਰ ਲੈਂਦਾ, ਜੀ ਅਤੇ ਜਿਹੜਾ ਮੁਰਦਾ ਹੁੰਦਾ, ਮੁਰਦਾ ਕੋਈ ਕਿਰਿਆ ਕਰਦਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੰਜਾਂ ਉਹਨਾਂ ਸਿੱਖਾਂ ਨੂੰ ਸੰਨਿਆਸ ਧਾਰਨ ਕਰਵਾਇਆ। ਜੀ ਫਿਰ ਗੁਰੂ ਸਾਹਿਬ ਦੀ ਅਗਲੀ ਸੋਚ ਇਹ ਸੀ, ਬੜੀ ਜ਼ਬਰਦਸਤ ਔਰ ਬੜੀ ਸਾਇੰਟੀਫਿਕ ਸੀ, ਜੀ ਵੀ ਸੰਨਿਆਸੀ ਤਾਂ ਅੱਗੇ ਬੜੇ ਤੁਰੇ ਫਿਰਦੇ ਆ, ਕੁਛ ਕਰਨਾ ਨਹੀਂ, ਅਤੇ ਉਹ ਸਮਾਜ 'ਤੇ ਭਾਰ ਨੇ। ਜੀ ਉਹਨੇ ਕਿਹਾ ਜਿਹੜਾ ਮੇਰਾ ਸੰਨਿਆਸੀ ਹੋਏਗਾ ਉਹ ਕਰਮਸ਼ੀਲ ਹੋਏਗਾ, ਕਰਮਯੋਗੀ ਹੋਏਗਾ, ਯਾਨੀ ਕਰਮ ਕਰੇਗਾ। ਜੀ ਇਸ ਵਾਸਤੇ ਮਹਾਰਾਜ ਨੇ ਸੰਨਿਆਸੀ ਤਾਂ ਬਣਾਤੇ, ਪਰ ਉਹਨਾਂ ਨੂੰ ਕਰਮ ਕਰਨ ਦਾ ਅਧਿਕਾਰ ਦਿੱਤਾ ਵੀ ਤੁਸੀਂ ਕਰਮ ਕਰਨਾ। ਜੀ ਇਹ ਇੱਕ ਬੜੀ ਵੱਡੀ ਉਸ ਵੇਲੇ ਸਮਾਜ ਦੇ ਇੱਕ ਬਦਲਾਅ ਵਿੱਚ, ਔਰ ਸਮਾਜ ਨੂੰ ਬਦਲਣ ਦੀ ਇੱਕ ਮਤਲਬ ਉਹਨਾਂ ਦੀ ਡੂੰਘੀ ਸੋਚ ਸੀ ਗੁਰੂ ਸਾਹਿਬ ਦੀ। ਜੀ ਦੂਸਰਾ, ਉਹਨਾਂ ਨੇ ਜਿਹੜਾ ਸ਼ਸਤਰ ਸੀਗਾ, ਤਲਵਾਰ, ਬੰਦੂਕ, ਜੀ ਯਾਨੀ ਜੋ ਵੀ ਇਹ ਸ਼ਸਤਰ ਇਸ ਆਉਂਦੇ ਨੇ ਇਸ ਪੱਖ 'ਚ, 13 ਸਾਲ ਉਹ ਲਗਾਤਾਰ ਆਪਣੇ ਸਿੱਖਾਂ ਨੂੰ ਸ਼ਸਤਰ ਦੀ ਟ੍ਰੇਨਿੰਗ ਦਿੰਦੇ ਰਹੇ। ਜੀ ਔਰ ਜਿਹੜੀ ਕਿਰਪਾਨ ਅੰਮ੍ਰਿਤਧਾਰੀ ਪੁਰਖ ਕਿਰਪਾਨ ਧਾਰਨ ਕਰਕੇ ਰੱਖੇ, ਜੀ ਇਹ ਇੱਕ ਇਹਨਾਂ ਦਾ ਮਤਲਬ ਰਵਾਇਤੀ ਹਥਿਆਰ ਬਣਾਤਾ ਵੀ ਹਰ ਸਿੱਖ ਜਿਹੜਾ ਉਹ ਆਪਣੇ ਕੋਲ ਕਿਰਪਾਨ ਉਹ ਰੱਖੇ, ਆਪਣੇ ਕੋਲ ਰੱਖੇ ਸ਼ਸਤਰ ਰੱਖੇ। ਜੀ ਜਿੱਥੇ ਮੁਗਲ ਸ਼ਸਤਰ ਨਾ ਰੱਖਣ ਦਾ ਇੱਕ ਉਹਨਾਂ ਨੇ ਵਿਧਾਨ ਬਣਾਇਆ ਸੀ ਵੀ ਮੁਗਲ ਤੋਂ ਬਿਨਾਂ ਕੋਈ ਰੱਖੇ ਨਾ, ਜੀ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸ਼ਸਤਰ ਪਹਿਨਾਏ ਔਰ ਸ਼ਸਤਰ ਚਲਾਉਣ ਦਾ ਢੰਗ ਦੱਸਿਆ, ਗੁਰੀਲਾ ਯੁੱਧ ਕਰਨ ਦਾ ਢੰਗ ਦੱਸਿਆ, ਔਰ ਆਧੁਨਿਕ ਉਸ ਵੇਲੇ ਦੇ ਜਿਹੜੇ ਆਧੁਨਿਕ ਤਰੀਕੇ ਸੀ ਜੰਗ ਦੇ, ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਸਿੱਖਾਂ ਨੂੰ ਟ੍ਰੇਨਡ ਕੀਤਾ। ਜੀ ਔਰ ਇੱਥੇ ਤੱਕ ਵੀ ਇਤਿਹਾਸਿਕ ਪੰਨਿਆਂ 'ਤੇ ਗੱਲ ਮਿਲਦੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਹੋਲੇ ਮਹੱਲੇ ਦਾ ਖੁਸ਼ੀ ਦਾ ਤਿਉਹਾਰ ਸੀ, ਜੀ
ਉਹਨੂੰ ਵੀ ਉਹਨਾਂ ਨੇ ਇੱਕ ਕਿਸਮ ਦੇ ਸ਼ਸਤਰ ਦੇ ਹਮਲੇ ਨਾਲ ਜੋੜ ਦਿੱਤਾ। ਅੱਛਾ ਜੀ। ਤੇ ਇੱਕ ਜਥਾ ਕਿਲੇ ਦੇ ਅੰਦਰ ਹੋਵੇ, ਜੀ। ਦੂਜਾ ਜਥਾ ਉੱਤੇ ਹਮਲਾਵਰ ਹੋਵੇ ਤਾਂ ਉਹ ਕਿਲੇ 'ਤੇ ਕਬਜ਼ਾ ਕਰੇ, ਉਹ ਕਰ ਨਾ ਦੇਣ। ਇਹ ਵੀ ਇੱਕ ਫੌਜੀ ਅਭਿਆਸ ਦਾ ਹਿੱਸਾ ਸੀ ਔਰ ਸਸ਼ਸਤਰ ਹੋ ਕਰਕੇ ਉਹ ਇੱਕ ਦੂਜੇ 'ਤੇ ਹਮਲਾਵਰ ਹੁੰਦੇ ਸੀ, ਮਹੱਲਾ ਖੇਡਦੇ ਸੀ। ਉਹ ਇੱਕ ਹੋਲੇ ਮਹੱਲੇ ਦਾ ਉਹਨਾਂ ਨੇ ਪ੍ਰਤੀਕ ਬਣਾ ਕੇ ਤਾਂ ਸਿੱਖਾਂ ਨੂੰ ਜੰਗਜੂ ਬਣਾਉਣ ਦਾ ਜਿਹੜਾ ਕੋਸ਼ਿਸ਼ ਕੀਤੀ। ਠੀਕ ਹੈ। ਇੱਕ ਹੋਰ ਮਹਾਰਾਜ ਇਸ ਗੱਲ ਦੀ ਥੋੜ੍ਹੀ ਕਲੀਅਰ ਹੋ ਜਾਵੇ ਵੀ ਜਿਹੜੀ ਨਿਰਮਲ ਸੰਪਰਦਾ ਦੀ ਆਰੰਭਤਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਹੋਈ ਹੈ ਜਾਂ ਦਸਮ ਪਾਤਸ਼ਾਹ ਤੋਂ ਹੋਈ? ਹਾਂ, ਮੈਂ ਇੱਕ ਗੱਲ, ਚਲੋ ਇਹ ਗੱਲ ਪੂਰੀ ਹੋ ਗਈ। ਮੈਂ ਗੱਲ ਦੱਸਣੀ ਚਾਹੁੰਦਾ ਸੀ ਜੀ ਵੀ ਜਿੱਥੇ ਭਾਈ ਗੁਰਦਾਸ ਨੇ ਇਹ ਗੱਲ ਕਹੀ ਵੀ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹਾਂਜੀ। ਬੇਸ਼ੱਕ ਲਿਖਾਰੀ, ਸੋਚਵਾਨ, ਪ੍ਰੋਫੈਸਰ ਇਹ ਗੱਲ ਨਹੀਂ ਮੰਨਦੇ ਵੀ ਇਹ ਫਿਕਰਾ ਨਿਰਮਲ ਸੰਪਰਦਾਇ ਨਾਲ ਸੰਬੰਧਿਤ ਨਹੀਂ ਜੀ, ਪਰ ਸਾਡਾ ਨਿਰਮਲ ਸੰਪਰਦਾਇ ਦਾ ਵਿਸ਼ਵਾਸ ਹੈ ਕਿ ਨਿਰਮਲ ਜਿਨ੍ਹਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪਹਿਲਾਂ ਮੰਨਿਆ ਔਰ ਸਮਝਿਆ ਜੀ, ਉਹ ਨਿਰਮਲੇ ਕਹਾਏ। ਜੀ। ਇਹ ਠੀਕ ਹੈ, ਇੱਕੋ ਹੀ ਪੰਥ ਚੱਲ ਰਿਹਾ ਸੀ। ਬਾਅਦ ਵਿੱਚ ਜਿਹੜੇ ਸ਼ਸਤਰ ਧਾਰੀ ਹੋ ਗਏ ਉਹ ਸਿੰਘ ਕਹਾਏ, ਜਿਹੜੇ ਮਾਲਾ ਧਾਰੀ, ਨਾਮ ਜਪਣ ਵਾਲੇ, ਸ਼ਾਸਤਰ ਨੂੰ ਪੜ੍ਹਨ ਵਾਲੇ ਸੀ, ਸ਼ਾਸਤਰ ਦੇ ਧਾਰਨੀ ਵਿਦਵਾਨ ਹੋਏ, ਉਹ ਜਿਹੜੇ ਸੀ ਉਹ ਨਿਰਮਲ ਸੰਤ ਕਹਾਏ। ਜੀ। ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਤੋਂ ਮੰਨਦੇ ਹਾਂ। ਸਾਡਾ ਵਿਸ਼ਵਾਸ ਹੈ। ਜੇ ਕੋਈ ਸਾਨੂੰ ਕਹੇ ਤੁਸੀਂ ਨਹੀਂ, ਤੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਸਾਡਾ ਪਿਓ ਗੁਰੂ ਨਾਨਕ ਨਹੀਂ ਹੈ। ਜੀ। ਕਿਸੇ ਦੇ ਕਹੇ ਤਾਂ ਨਹੀਂ ਅਸੀਂ ਕਹਿ ਸਕਦੇ। ਸਾਡਾ ਵਿਸ਼ਵਾਸ ਹੈ ਔਰ ਯਕੀਨ ਹੈ, ਅਕੀਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਾਡੇ ਆਦਿ ਆਚਾਰੀਆ ਹੋਏ ਔਰ ਨਿਰਮਲ ਸੰਪਰਦਾਇ ਦੇ ਆਦਿ ਆਚਾਰੀਆ ਹੋਏ। ਗੁਰੂ ਨਾਨਕ ਪਾਤਸ਼ਾਹ ਤੋਂ। ਇਹ ਠੀਕ ਹੈ। ਜਦੋਂ ਸੰਪਰਦਾਵਾਂ ਚੱਲਦੀਆਂ ਨੇ ਜੀ, ਉਹਨਾਂ ਵਿੱਚ ਜਿਉਂ-ਜਿਉਂ ਵਿਦਵਾਨ ਪੁਰਸ਼ ਰਲਦੇ ਨੇ ਜਾਂ ਗੁਰੂ ਲੋਕਾਂ ਦੀ ਸ਼ਮੂਲੀਅਤ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਮਹੱਤਤਾ ਮਿਲ ਜਾਂਦੀ ਹੈ, ਵਡਿਆਈ ਮਿਲ ਜਾਂਦੀ ਹੈ। ਜੀ। ਇਹੀ ਸੰਪਰਦਾ ਜਦੋਂ ਚਲਦੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਤੋਂ ਚੱਲ ਕੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਾਲ ਤੱਕ, ਯਾਨੀ 1469 ਤੋਂ ਜੇ ਆਪਾਂ ਟਾਈਮ ਲਾਈਏ 1699 ਤੱਕ ਜਾਂ 1686 ਤੱਕ, ਤਾਂ ਇਹ ਸਾਰੇ ਸਮੇਂ ਵਿੱਚ ਇਹ ਸੰਪਰਦਾ ਨਾਲ ਰਹੀ। ਤਾਂ ਗੁਰੂ ਸਾਹਿਬ ਨੇ ਉਹ ਤੀਕਸ਼ਣ ਬੁੱਧੀ ਵਾਲੇ ਵਿਵੇਕੀ ਪੁਰਸ਼ ਜਿਹੜੇ ਸੀ ਉਹਨਾਂ ਨੂੰ ਚੁਣ ਕੇ ਖੁਦ, ਜਿੱਦਾਂ ਇੱਕ ਪਿਤਾ ਨੂੰ ਪਤਾ ਹੁੰਦਾ ਮੇਰਾ ਪੁੱਤਰ ਕਿਹੜੀ ਪੱਤਰ ਹੈ, ਕਿੱਦਾਂ ਦਾ, ਕਿਹੜਾ ਸੁਭਾਅ ਗਿਆਨ ਹੈ। ਜੀ, ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਪੰਜੇ ਜਿਹੜੇ ਸੀ ਇਹ ਵਿਵੇਕੀ ਪੁਰਸ਼ ਸੀਗੇ, ਤੀਕਸ਼ਣ ਬੁੱਧੀ ਵਾਲੇ ਸੀ ਔਰ ਇਹ ਵਿਦਿਆ ਦੇ ਗ੍ਰਾਹਣੀ ਸਨ, ਗੁਰੂ ਦੇ ਹੁਕਮ ਨੂੰ ਮੰਨਣ ਵਾਲੇ ਸਨ। ਇਸ ਵਾਸਤੇ ਮਹਾਰਾਜ ਨੇ ਉਹਨਾਂ ਨੂੰ ਵਿਦਿਆ ਪੜ੍ਹਨ ਵਿੱਚ ਪ੍ਰੇਰਿਤ ਕੀਤਾ। ਠੀਕ ਹੈ। ਤੋ ਦੂਸਰਾ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਿਰਮਲ ਪੰਥ ਦੇ ਉਹਨਾਂ ਸਿੱਖਾਂ ਨੂੰ ਚੁਣ ਕੇ ਤੇ ਵਿਰਕਤੀ ਰੂਪ ਧਾਰਨ ਦੇ ਕੇ, ਸੰਨਿਆਸੀ ਰੂਪ ਦੇ ਕਰਕੇ ਜਦੋਂ ਪੜ੍ਹਨ ਲਈ ਭੇਜਿਆ ਤਾਂ ਇਸ ਨਿਰਮਲ ਸੰਪਰਦਾਇ ਦੀ ਮਹੱਤਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਗਈ। ਅਤੇ ਅਸੀਂ ਐਵੇਂ ਸਮਝਦੇ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਤੋਂ ਇਹ ਸੰਪਰਦਾ ਚੱਲੀ। ਔਰ ਭੱਟਾਂ ਨੇ ਵੀ ਇਹਦੇ ਵਿੱਚ ਬੜਾ ਸੁੰਦਰ ਸ਼ਬਦ ਕਿਹਾ, ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਕਾਫੀ ਨਿਰਮਲ ਸੰਪਰਦਾਇ ਦਾ ਪ੍ਰਭਾਵ ਹੋ ਚੁੱਕਿਆ, ਕਾਫੀ ਗਿਣਤੀ ਵੱਧ ਚੁੱਕੀ ਸੀ। ਇਸ ਲਈ ਮਹਾਰਾਜ ਨੇ ਨਿਰਮਲ ਭੇਖ ਅਪਾਰਤਾਸ ਅਵਰ ਨਾ ਕੋਈ, ਮਹਾਰਾਜ ਨੇ ਇਸ ਬਾਣੀ ਨੂੰ ਭੱਟਾਂ ਦੀ ਨੂੰ ਦਰਜ ਕੀਤਾ। ਔਰ ਇਹ ਦੋਨੋਂ ਸੰਕੇਤ ਜਿਹੜੇ ਹੈ, ਇੱਕ ਭੇਖ ਸ਼ਬਦ ਦਾ ਸੰਕੇਤ ਹੈ ਔਰ ਦੂਸਰਾ ਜਿਹੜਾ ਹੈ ਉਹ ਨਿਰਮਲ ਪੰਥ ਚਲਾਇਆ, ਪੰਥ ਦਾ ਚੇਤ ਹੈ। ਇਹ ਦੋਨੋਂ ਪੰਥ ਅਤੇ ਭੇਖ ਜਿਹੜੇ ਹੈ ਇਹ ਕਿਸੇ ਜਮਾਤ ਦੀ ਪੁਖਤਾ ਹੋਂਦ ਵੱਲ ਸੰਕੇਤ ਕਰਦੇ ਹਨ। ਜੀ। ਤਾਂ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਆਦਿ ਆਚਾਰੀਆ ਮੰਨਦੇ ਹਾਂ। ਨਿਰਮਲ ਸੰਪਰਦਾਇ ਸਾਡੀ ਇੱਥੋਂ ਆਰੰਭ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਨੇ ਨਿਰਮਲ ਸੰਪਰਦਾਇ ਨੂੰ ਪ੍ਰੈਫਰ ਕਰਕੇ ਅਧਿਕਾਰਿਤ ਤੌਰ 'ਤੇ ਉਹਨਾਂ ਨੂੰ ਵਿੱਦਿਆ ਦੇ ਕੇ ਤਾਂ ਸਮਾਜ ਵਿੱਚ ਬੜੋਤਰੀ 'ਚ ਲੈਂਦਾ, ਚੜ੍ਹਤ ਵਿੱਚ ਲੈਂਦਾ। ਦਸਮ ਪਾਤਸ਼ਾਹ ਨੇ ਫਿਰ ਨਿਰਮਲੇ ਸੰਤਾਂ ਨੂੰ ਵਿੱਦਿਆ ਦੇਣ ਵਾਸਤੇ ਭੇਜਿਆ। ਉਹ ਕਿਸ ਜਗ੍ਹਾ 'ਤੇ? ਇਹ ਪਾਉਂਟਾ ਸਾਹਿਬ ਦੀ ਧਰਤੀ ਤੋਂ ਮਹਾਰਾਜ ਨੇ ਇਹਨਾਂ ਪੰਜਾਂ ਸਿੱਖਾਂ ਨੂੰ ਵਿਰਕਤੀ ਔਰ ਸੰਨਿਆਸੀ ਰੂਪ ਦੇ ਕਰਕੇ ਬਨਾਰਸ ਦੀ ਧਰਤੀ 'ਤੇ ਭੇਜਿਆ। ਉਹ ਚੇਤਨ ਮੱਠ ਦਾ ਸਥਾਨ ਹੈ। ਇਹ ਇੱਕ ਥੋੜ੍ਹਾ ਜਿਹਾ ਕਲੀਅਰ ਕਰ ਦਿਓ, ਵਿਰਕਤੀ ਕਿਸ ਤਰ੍ਹਾਂ ਦੀ ਵਿਰਕਤੀ ਔਰ ਕੈਸਾ ਸਰੂਪ? ਕਿਉਂਕਿ ਅੱਜ ਬੜੇ ਸਾਰੇ ਸਵਾਲ ਹੁੰਦੇ ਹਨ ਵੀ ਕਿਹੋ ਜਿਹਾ ਸਰੂਪ, ਕਿਹੋ ਜਿਹਾ ਸੀ ਦਸਮ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਭੇਜਿਆ? ਵਿਰਕਤੀ ਤੋਂ ਕੀ ਭਾਵ ਹੈ? ਵਿਰਕਤ ਤੋਂ ਭਾਵ ਹੁੰਦਾ ਵੀ ਪੱਲੇ ਕੁਛ ਨਹੀਂ ਬੰਨਣਾ ਜੀ, ਪੱਲੇ ਕੁਛ ਨਾ ਬੰਨਦੇ ਪੰਛੀ ਤੇ ਦਰਵੇਸ਼ ਜੀ। ਉਹਨਾਂ ਕੋਲ ਕੋਈ ਮਾਇਆ ਨਹੀਂ, ਕੋਈ ਕੁਛ ਨਹੀਂ। ਉਹਨਾਂ ਕੋਲ ਜਿਹੜੀ ਸੀ ਕੱਪੜਾ ਪਹਿਰਾਵਾ ਸੀ ਜੀ। ਜੇ ਅੱਜ ਦਾ ਸਿੱਖ ਇਹ ਕੰਤੂ ਕਰੇ ਵੀ ਜੇ ਉਹਨਾਂ ਨੂੰ ਕਛਹਿਰੇ ਪਵਾਏ ਆ ਤਾਂ ਕਛਹਿਰੇ ਦੀ ਹੁਣ ਤਾਂ 13 ਸਾਲ ਬਾਅਦ ਮੈਂ ਚਾਹੀਏ ਜਦੋਂ ਅੰਮ੍ਰਿਤ ਛਕਾਇਆ ਜੀ।
ਪਹਿਲੇ ਤਾਂ ਬਰਕਤੀ ਲੋਕ ਲੰਗੋਟੀਆਂ ਲਾਉਂਦੇ ਸੀ, ਹਾਂਜੀ ਗਾਤੀਆਂ ਲਾਉਂਦੇ ਸੀ, ਜੀ ਜਾਂ ਧੋਤੀ ਲਾਉਂਦੇ ਸੀ, ਜਾਂ ਸਿਰ 'ਤੇ ਛੋਟਾ ਜਿਹਾ ਪਰਨਾ ਚਗੂਟਾ ਬੰਨ੍ਹਦੇ ਸੀ। ਤੁਸੀਂ ਭਾਈ ਭਗੀਰਥ ਵਾਲੀ ਬਾਹਰ 'ਚ ਪੜ੍ਹ ਕੇ ਦੇਖੋ, ਜੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਬੇਈ 'ਚੋਂ 3 ਦਿਨ ਤੋਂ ਬਾਹਰ ਆਏ ਹੈ, ਤਾਂ ਉੱਥੇ ਇੱਕ ਮਹਾਰਾਜ ਦੇ ਪਹਿਰਾਵੇ ਦਾ ਜ਼ਿਕਰ ਕੀਤਾ। ਜੀ ਜਿਹੜਾ ਪਹਿਰਾਵੇ ਦਾ ਜ਼ਿਕਰ ਮਹਾਰਾਜ ਦਾ ਉਸ ਬਾਰ ਵਿੱਚ ਕੀਤਾ ਗਿਆ, ਉਹੀ ਨਿਰਮਲੇ ਸੰਤ ਧਾਰਨ ਕਰਦੇ ਸੀ। ਠੀਕ ਹੈ ਜੀ। ਔਰ ਕੈਸਾ ਉਸ ਕੈਸਾ ਕੈਸਾ ਸਿਰ 'ਤੇ ਚਗੂਟਾ, ਛੋਟਾ ਪਰਨਾ ਜੀ ਔਰ ਲੰਗੋਟੀ ਜੀ ਔਰ ਕੱਪੜਾ ਭਗਮਾ ਗੇਰਵਾ ਬਸਰ, ਅੱਛਾ ਜੀ ਇਹ ਪਹਿਨ ਕੇ ਉਸ ਵੇਲੇ ਉਹਨਾਂ ਨੇ ਪਹਿਨਿਆ। ਔਰ ਇੱਕ ਗੱਲ ਇਹ ਵੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਜਨਮ ਸਾਖੀ 'ਚ ਪੜ੍ਹ ਕੇ ਦੇਖੋ, ਮਹਾਰਾਜ ਦਾ ਵੱਖਰਾ ਵੱਖਰਾ ਪਹਿਰਾਵਾ ਲਿਖਿਆ ਜਦੋਂ ਉਹ ਉਦਾਸੀਆਂ 'ਚ ਗਏ ਨੇ। ਜੀ ਜੀ ਪਰ ਇਹ ਮੰਨਣਾ ਪਏਗਾ ਕਿ ਮਹਾਰਾਜ ਨੇ 27 ਸਾਲ ਦੀ ਉਮਰ ਵਿੱਚ, ਯਾਨੀ 1469 'ਚ ਮਹਾਰਾਜ ਦਾ ਅਵਤਾਰ ਹੋਇਆ, ਜੀ 1496 ਵਿੱਚ 27 ਸਾਲ ਦੀ ਉਮਰ ਵਿੱਚ ਮਹਾਰਾਜ ਨੇ ਸੰਨਿਆਸ ਲੈ ਲਿਆ, ਭਾਵ ਗ੍ਰਸਥ ਮਾਰਗ ਤਜ ਕੇ ਅਤੇ ਵਿਅਕਤੀ ਰੂਪ ਸੰਨਿਆਸੀ ਰੂਪ ਵਿੱਚ ਬਸਰ ਧਾਰਨ ਕਰਕੇ ਤਾਂ ਉਹ ਦੇਸ਼ ਦੇ ਭ੍ਰਮਣ ਵਿੱਚ ਔਰ ਸਿੱਖ ਧਰਮ ਦੇ ਪ੍ਰਚਾਰ ਵਿੱਚ ਗਏ। ਔਰ ਇਹ ਵੀ ਸਿੱਖ ਮੰਨਦੇ ਨੇ, ਲਿਖਾਰੀ ਮੰਨਦੇ ਨੇ ਵੀ ਜਦੋਂ ਉਹਨਾਂ ਨੇ ਪੂਰਾ ਸਮਾਂ 4 ਉਦਾਸੀਆਂ 'ਚ ਟਾਈਮ ਗੁਜ਼ਾਰਿਆ, ਹਾਂਜੀ ਮੈਂ ਟਾਈਮ ਇਸ ਕਰਕੇ ਨਹੀਂ ਜ਼ਿਕਰ ਕਰਦਾ ਕਿ ਵੱਖ-ਵੱਖ ਲਿਖਾਰੀਆਂ ਨੇ ਵੱਖ-ਵੱਖ ਟਾਈਮ ਬੇਨਤੀ ਕੀਤੀ 4 ਸੰਨਿਆਸ ਉਦਾਸੀਆਂ ਦੀ। ਜੀ ਜੀ ਮੇਰੇ ਹਿਸਾਬ ਨਾਲ ਲਗਭਗ 25 ਤੋਂ 27-28 ਸਾਲ ਤੱਕ ਦਾ ਸਮਾਂ ਬਣਦਾ, ਜੀ ਜਿੱਥੇ ਤੱਕ ਮੈਂ ਪੜ੍ਹਿਆ ਵੱਖ-ਵੱਖ ਰਾਈਟਰਾਂ ਨੇ ਵੱਖ-ਵੱਖ ਸਨ ਸੰਬੰਧ ਦਾ ਜ਼ਿਕਰ ਕੀਤਾ। ਜੀ ਜੀ ਇੰਨੇ ਲੰਬੇ ਸਮੇਂ ਤੋਂ ਬਾਅਦ ਵਿੱਚ ਜਦੋਂ ਸਤਿਗੁਰੂ ਕਰਤਾਰਪੁਰ ਸਾਹਿਬ ਵਿੱਚ ਆਏ ਨੇ, ਤਾਂ ਉਹਨਾਂ ਨੇ ਉਹ ਆਪਣਾ ਉਦਾਸੀ ਜਿਹੜਾ ਸੰਨਿਆਸੀ ਜਾਂ ਭੇਖ ਬਣਾਇਆ ਭੇਖ ਸੀ ਉਹ ਉਤਾਰਿਆ। ਫਿਰ ਉਹਨਾਂ ਨੇ ਦੂਸਰਾ ਭੇਖ ਧਾਰਨ ਕਰਕੇ ਤਾਂ ਆਪਣੇ ਜਿਤਨੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਬੁਲਾ ਲਿਆ, ਉੱਥੇ ਕਰਤਾਰਪੁਰ ਵਿੱਚ ਆਸ਼ਰਮ ਬਣਾ ਕੇ ਤਾਂ ਉਹ ਖੇਤੀ ਵਗੈਰਾ ਆਦਿ ਦਸਾਂ ਦੀ ਕਿਰਤ ਕਰਨੀ, ਜਿਹੜਾ ਕਿ ਗੁਰੂ ਨਾਨਕ ਦਾ ਅਸਲੀ ਸਿਧਾਂਤ ਸੀ ਵੀ ਮੇਰਾ ਸਿੱਖ ਦਸਾਂ ਨੌਹਾਂ ਦੀ ਕਿਰਤ ਕਰੇ, ਉਸ ਕਿਰਤ ਨੂੰ ਵੰਡ ਕੇ ਖਾਏ ਔਰ ਫਿਰ ਨਾਮ ਜਪੇ। ਉਹ ਜਿਹੜਾ ਸਿਧਾਂਤ ਸੀ ਆਪਣੇ ਹੱਥੀਂ ਪਰਪੱਕ ਕਰਕੇ ਕਰਤਾਰਪੁਰ ਦੀ ਧਰਤੀ 'ਤੇ ਮਹਾਰਾਜ ਨੇ ਦ੍ਰਿੜ ਕੀਤਾ। ਇਹ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਮਹਾਰਾਜ ਦੇ 550ਵੇਂ ਅਵਤਾਰ ਦਿਹਾੜੇ 'ਤੇ ਪਾਕਿਸਤਾਨ ਚਾਹੇ ਕੋਈ ਸਿਆਸਤ ਖੇਲੀ ਹੋਵੇ, ਚਾਹੇ ਕੁਛ ਵੀ ਹੋਵੇ, ਪਰ ਸਾਡੇ ਦਿਲਾਂ ਨੂੰ ਇਸ ਗੱਲ ਦੀ ਸ਼ਾਂਤੀ ਹੈ ਕਿ ਕਦੇ ਸਾਨੂੰ ਜ਼ਿੰਦਗੀ 'ਚ ਉਹ ਕਰਤਾਰਪੁਰ ਦੇ ਦਰਸ਼ਨ ਨਹੀਂ ਹੋਣੇ ਸੀ। ਪਰ ਅੱਜ ਸਾਨੂੰ ਕੁਛ ਨਿਯਮਾਂ 'ਚ ਰਹਿ ਕੇ, ਕੁਛ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਉਸ ਪਵਿੱਤਰ ਧਰਤੀ 'ਤੇ ਦਰਸ਼ਨ ਕਰ ਸਕਦੇ ਹਾਂ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦਾ ਪਿਛਲੇ 18 ਸਾਲ ਲਗਭਗ ਉੱਥੇ ਬਤੀਤ ਕੀਤੇ। ਜੀ ਜੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਦੇ 3 ਹੀ ਬਣਦੇ ਨੇ। ਨਨਕਾਣਾ ਸਾਹਿਬ 'ਚ ਉਹਨਾਂ ਦੇ ਪਹਿਲਾ ਜੀਵਨ ਹੈ, ਦੂਸਰਾ ਜੀਵਨ ਉਹਨਾਂ ਦਾ ਜਿਹੜਾ ਹੈ ਲਗਭਗ 14 ਸਾਲ ਤੋਂ ਵੱਧ ਘੱਟ ਬਣਦਾ, ਉਹ ਸੁਲਤਾਨਪੁਰ ਲੋਧੀ ਬਣਦਾ, ਜਿਹੜਾ ਸਾਡੀ ਧਰਤੀ 'ਤੇ ਪੰਜਾਬ ਦੀ ਹੈ। ਅਸੀਂ ਉਹਨੂੰ ਜਦੋਂ ਮਰਜ਼ੀ ਦਰਸ਼ਨ ਕਰ ਲਈਏ, ਕੋਈ ਪਾਬੰਦੀ ਨਹੀਂ। ਪਰ ਤੀਜਾ ਸਥਾਨ ਜਿੱਥੇ ਗੁਰੂ ਸਾਹਿਬ ਦਾ ਅੰਤਮ ਸਮੇਂ ਤੱਕ ਉਸ ਜਗ੍ਹਾ ਵਿੱਚ ਵਿਸ਼ਰਾਮ ਕੀਤਾ, ਉਹਨਾਂ ਨੇ ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣ ਦਾ ਸਿਧਾਂਤ ਨੂੰ ਪੱਕਾ ਕੀਤਾ, ਉਹ ਕਰਤਾਰਪੁਰ ਹੈ। ਉਹਦੇ ਵਿੱਚ ਚਲੋ ਕੋਈ ਸਿਆਸੀ, ਸਮਾਜੀ ਜਾਂ ਰਾਜਨੀਤਿਕ ਤੌਰ 'ਤੇ ਦੇਸ਼ਾਂ ਦੀ ਵੰਡਾਂ ਦੇ ਹੁੰਦਿਆਂ ਹੋਇਆਂ ਵੀ ਉਹਦੇ ਦਰਸ਼ਨ ਕਰਨ ਦਾ ਇਹ ਵੀ ਸਾਡੇ ਲਈ ਬੜੀ ਵੱਡੀ ਇੱਕ ਗਿਫਟ ਹੈ। ਮੈਂ ਕਹਿੰਦਾ ਗੋਡ ਗਿਫਟ ਹੀ ਹੈ ਇਹ, ਵੀ ਉਹਨਾਂ ਦੇ ਦਿਲ 'ਚ ਵੀ ਕੋਈ ਗੱਲ ਵਸੀ ਅਤੇ ਇੱਧਰ ਆਣ ਕੇ ਉਹਨਾਂ ਨੇ ਇਸ ਗੱਲ ਨੂੰ ਸਾਡੇ ਸਰਕਾਰ ਨੇ ਵੀ ਚੱਕਿਆ ਅਤੇ ਸਾਨੂੰ ਇਹ ਜਿਹੜਾ ਮਿਲ ਗਿਆ। ਜਦੋਂ ਦਸਮ ਪਾਤਸ਼ਾਹ ਨੇ 1686 ਵਿੱਚ ਜਦੋਂ 5 ਨਿਰਮਲੇ ਸੰਤਾਂ ਨੂੰ ਵਿੱਦਿਆ ਗ੍ਰਹਿਣ ਕਰਨ ਵਾਸਤੇ ਭੇਜਿਆ, ਇੱਕ ਤਾਂ ਉਸ ਟਾਈਮ ਦੇ ਬਸਤਰ ਆਪ ਜੀ ਨੇ ਦੱਸਿਆ ਵੀ ਭਗਵਾਂ ਭੇਖ ਪਾਇਆ ਸੀ, ਕਿਉਂਕਿ ਬੜੇ ਸਾਰੇ ਲੋਕ ਅੱਜ ਦਾ ਜਿਹੜਾ ਅਜੋਕਾ ਦੌਰ ਹੈ ਨਾ, ਜਿਹੜਾ ਪਿਛਲਾ ਸਮਾਂ ਸੀ, ਉਸ ਸਮੇਂ ਤੋਂ ਅਸੀਂ ਜਾਣੂ ਨਹੀਂ ਹੈ। ਕਈ ਸਾਰੇ ਲੋਕ ਇਸ ਭੇਖ ਤੋਂ, ਕਈਆਂ ਨੂੰ ਮਤਲਬ ਬੜੀ ਤਕਲੀਫ ਹੈ, ਐਲਰਜੀ ਆ, ਕੋਈ ਇਹਨੂੰ ਹਿੰਦੂ ਧਰਮ ਦੇ ਨਾਲ ਜੋੜ ਦਿੰਦਾ, ਕੋਈ RSS ਦੇ ਨਾਲ ਜੋੜ ਦਿੰਦਾ, ਕੋਈ ਕਿਸੇ ਨਾਲ ਜੋੜ ਦਿੰਦਾ। ਉਹ ਕਹਿੰਦੇ ਜੀ ਇਹਨਾਂ ਨੇ ਭਗਵੇਂ ਕੱਪੜੇ ਪਾਏ ਆ, ਇਹ ਸਿੱਖ ਮਤ ਦਾ ਅੰਗ ਹੀ ਨਹੀਂ ਹੈ। ਅਸਲ ਵਿੱਚ ਸੰਜੀ ਇਹ ਜਿਹੜੀ ਬਿਮਾਰੀ ਹੈ ਇਹ ਸਾਡੇ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਹੈ। ਤੁਸੀਂ ਵੀ ਬਹੁਤ ਗਏ ਹੋ, ਕੈਨੇਡਾ ਅਮਰੀਕਾ ਘੁੰਮੇ ਹੋ, ਦਾਸ ਨੂੰ ਵੀ ਕੈਨੇਡਾ, ਅਮਰੀਕਾ, ਡੈਨਮਾਰਕ, ਸਵੀਡਨ, ਨਾਰਵੇ, ਯੂਏ ਕੰਟਰੀਆਂ 'ਚ ਘੁੰਮਣ ਦਾ ਮੌਕਾ ਮਿਲਿਆ। ਉਹਨਾਂ ਦੇਸ਼ਾਂ ਵਿੱਚ ਕੋਈ ਕਿਸੇ ਨੇ ਕਿਸ ਤਰ੍ਹਾਂ ਦਾ ਕੱਪੜਾ ਪਾਇਆ, ਕੋਈ ਭੇਖ ਪਾਇਆ, ਅੱਧਾ ਨੰਗਾ ਆ, ਟੱਕਿਆ, ਉਹਨਾਂ ਨੂੰ ਕੋਈ ਨਹੀਂ ਹੈਗਾ। ਇਹ ਜਿਹੜੀ ਡਰੈਸ ਪਹਿਰਾਵੇ ਦੀ ਜਿਹੜੀ ਬਾਹਰੀ ਬਿਮਾਰੀ ਹੈ ਉਹ ਸਾਡੇ ਹਿੰਦੁਸਤਾਨ ਵਿੱਚ ਹੈ।
ਔਰ ਸਾਡੇ ਬੰਦੇ ਜਿਹੜੇ ਆ ਉਹ ਕੱਪੜਿਆਂ ਦੇ ਰੰਗ ਤੋਂ ਹੀ ਕਿਸੇ ਬੰਦੇ ਨੂੰ ਕਿਸੇ ਸੰਸਥਾ ਨਾਲ ਦੂਸਰੇ ਨਾਲ ਜੋੜੀ ਜਾਂਦੇ। ਜੋੜ ਦਿੰਦੇ ਆ। ਉਹਦੇ ਜਿਹੜੇ ਅੰਤਰੀਵੀ ਭਾਵ ਨੇ, ਉਹਦੇ ਜਿਹੜੇ ਵਿਚਾਰ ਨੇ, ਜਿਹੜੇ ਉਹਦੇ ਜੀਵਨ ਦੀ ਕਿਰਿਆ ਆ, ਉਹਦੇ ਨਾਲ ਉਹਨਾਂ ਨੂੰ ਕੋਈ ਸੰਬੰਧ ਨਹੀਂ ਜੀ। ਨਾਲੇ ਮੈਂ ਇੱਕ ਨਾਵਲ ਪੜ੍ਹਿਆ ਸੀ ਅੰਮ੍ਰਿਤਾ ਪ੍ਰੀਤਮ ਦਾ, ਜਦੋਂ ਮੈਂ MA 'ਚ ਪੜ੍ਹਦਾ ਸੀ, ਤਾਂ ਉਹਦੇ ਵਿੱਚ ਇੱਕ ਥਾਂ ਲਿਖਿਆ ਵੀ ਸਾਨੂੰ ਬੜਾ ਫਿਕਰ ਹੈ ਗੁਆਂਢੀ ਦੇ, ਹਮਸਾਏ ਦੇ ਧੀ ਪੁੱਤਰ ਦਾ। ਜੀ। ਯਾਨੀ ਦੂਜੇ ਬਾਰੇ ਸੋਚੀ ਜਾਣਾ। ਕਦੇ ਗੁਰਬਾਣੀ ਜਿਹੜੀ ਹੈ ਉਹ ਕਦੇ ਵੀ ਦੂਜੇ ਬਾਰੇ ਸੋਚਣ ਵਾਸਤੇ ਨਹੀਂ ਕਹਿੰਦੀ, ਉਹ ਆਪਣੇ ਵਾਸਤੇ ਸੋਚਣ ਵਾਸਤੇ ਕਹਿੰਦੀ ਹੈ। ਪਰ ਸਿੱਖ ਨੂੰ ਪਤਾ ਨਹੀਂ ਕਿਹੜਾ ਹੂਆ ਚੰਬੜ ਗਿਆ, ਇਹ ਦੂਜੇ ਬਾਰੇ ਦੇਖੀ ਜਾਣਾ, ਕਿਹਦੇ ਕੱਪੜੇ ਦੇਖੀ ਜਾਊਗਾ, ਇਹਨੇ ਚੋਲਾ ਨੀਲਾ ਕਿਉਂ ਪਾਇਆ, ਇਹਨੇ ਚਿੱਟਾ ਕਿਉਂ ਪਾਇਆ, ਇਹਨੇ ਗੋਲ ਪਾ ਕਿਉਂ ਬੰਨੀ, ਇਹਨੇ ਪਗੜੀ ਕਿਉਂ ਬੰਨੀ। ਇਹ ਸਾਰੇ ਪਹਿਰਾਵੇ ਬਸ ਢੱਕਣ ਵਾਸਤੇ। ਜ਼ਿਆਦਾ ਸਾਡਾ ਧਿਆਨ ਜਿਹੜਾ ਕੇਵਲ ਪਹਿਰਾਵੇ ਤੇ ਹੈ। ਮੈਂ ਗੁਰਦੁਆਰੇ 'ਚ ਵੀ ਦੇਖਦਾ ਵੀ ਮਾਈਆਂ ਲੋਕ ਵੀ ਦੇਖਦੀਆਂ ਵੀ ਆਹ ਵਸਤਰ ਇਹਨੇ ਬਹੁਤ ਪਾਏ ਵਧੀਆ, ਇਹ ਕਿਉਂ ਪਾਏ ਆ, ਇਹਨੇ ਇਸ ਤਰ੍ਹਾਂ ਦੀ ਪੱਗ ਕਿਉਂ ਬੰਨੀ ਹੈ। ਐ ਨਹੀਂ ਹੋਊ ਕਿਸੇ ਤਰ੍ਹਾਂ ਦੀ ਬੰਨੀ ਹੈ। ਗੁਰਦੁਆਰੇ ਆਇਆ, ਉਹਦਾ ਇੱਕ ਫਰਜ਼ ਬਣਦਾ ਹੈ ਵੀ ਮੈਂ ਗੁਰਬਾਣੀ ਨੂੰ ਸੁਣਾ ਔਰ ਮੈਂ ਆਪਣੇ ਜੀਵਨ 'ਚ ਧਾਰਨ ਕਰ ਸਕਾਂ। ਜੀ। ਲਕਸ਼ ਤਾਂ ਇਹ ਹੈ, ਪਰੰਤੂ ਅਸੀਂ ਵਸਤਰਾਂ ਦੇ ਰੰਗਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ। ਮਹਾਰਾਜ ਕਹਿੰਦੇ ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ। ਹਾਂਜੀ, ਰੰਗ ਜਿਹੜਾ ਰੰਗ ਕਿਸੇ ਨੂੰ ਚੰਗਾ ਲੱਗਾ, ਜਾਂ ਚਲੋ ਕਿਸੇ ਸੰਪਰਦਾ 'ਚ। ਹੁਣ ਤੁਸੀਂ ਦੇਖੋ ਪੁਲਿਸ ਵਾਲੇ ਆ, ਜੀ, ਉਹਨਾਂ ਦੀ ਖਾਕੀ ਵਰਦੀ ਆ, ਬਿਲਕੁਲ, ਭਾਵੇਂ ਵੱਡੇ ਤੋਂ ਵੱਡਾ ਅਮੀਰ SSP DSP DIG DGP ਹੋਵੇ, ਉਹ ਖਾਕੀ ਵਰਦੀ ਪਹਿਨੂਗਾ। ਜੀ। ਪਟਵਾਰੀਆਂ ਦੀ ਵੱਖਰੀ ਵਰਦੀ ਹੈ, ਕੰਡਕਟਰ ਦੀ ਵੱਖਰੀ ਵਰਦੀ ਹੈ। ਭਈ ਇਸੇ ਤਰ੍ਹਾਂ ਸੰਤਾਂ ਨੂੰ ਨੰਗਾ ਸੰਘਾਂ ਦਾ ਬਾਣਾ ਵੱਖਰਾ ਆ, ਨਿਰਮਲੇ ਸੰਤਾਂ ਦਾ ਬਾਣਾ ਵੱਖਰਾ ਆ, ਸੇਵਾ ਪੰਥੀਆਂ ਦਾ ਵੱਖਰਾ ਆ। ਜਿਸ ਤਰ੍ਹਾਂ ਦਾ ਕਿਤੇ ਪਹਿਰਾਵਾ ਆਇਆ ਪਹਿਨ ਲਿਆ ਉਹਨਾਂ ਨੇ। ਇਹ ਗੁਰੂ ਨਾਨਕ ਦਾ ਗੁਲਦਸਤਾ, ਵੱਖਰੇ ਵੱਖਰੇ ਇਹਦੇ ਵਿੱਚ ਫੁੱਲ ਆ ਖਿੜੇ ਹੋਏ। ਪਰ ਜਿਹੜੇ ਲੋਕ ਨਾ ਪੜ੍ਹਦੇ ਆ, ਨਾ ਕਿਸੇ ਦੀ ਸੰਗਤ ਕਰਦੇ ਆ, ਤੇ ਉਹ ਕੇਵਲ ਕਿੰਤੂ ਪ੍ਰੰਤੂ ਕਰੀ ਜਾ ਰਹੇ ਆ ਪਹਿਰਾਵਿਆਂ ਤੇ, ਦਸਤਾਰ ਦੇ ਉੱਤੇ, ਤੁਹਾਡੇ ਉੱਠਣ ਬੈਠਣ ਤੇ। ਕਿਉਂਕਿ ਉਹਨਾਂ ਨੂੰ ਖੁਦ ਪੁੱਛੋ ਵੀ ਤੁਹਾਨੂੰ ਗੁਰਬਾਣੀ ਬਾਰੇ ਪਤਾ ਜਾਂ ਗੁਰ ਇਤਿਹਾਸ ਬਾਰੇ ਪਤਾ, ਕੁਛ ਨਹੀਂ ਪਤਾ। 350 ਸਾਲਾ ਜਿਹੜਾ ਹੁਣ ਅਸੀਂ 550 ਸਾਲਾ ਮਨਾਇਆ ਗੁਰੂ ਨਾਨਕ ਦੇਵ ਮਹਾਰਾਜ ਦਾ, ਇਹਦੇ ਵਿੱਚ ਇੱਕ ਸਬ ਕਮੇਟੀ ਬਣੀ, 10-20 ਕਮੇਟੀ ਸੀਗਾ ਜੀ। ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨੂੰ ਇਕੱਠੇ ਕਰਨਾ ਸੀ। ਜੀ। ਉਸ ਵੇਲੇ ਕੁਝ 17-18 ਸੰਪਰਦਾਵਾਂ ਜਿਹੜੀਆਂ ਸੀ ਉਹ ਅਨੰਦਪੁਰ ਸਾਹਿਬ ਦੇ ਦੀਵਾਨ ਹਾਲ 'ਚ ਇਕੱਠੀਆਂ ਕੀਤੀਆਂ। ਮੈਨੂੰ ਵੀ ਸ਼ਾਮਿਲ ਹੋਣ ਦਾ ਮੌਕਾ। ਅੱਛਾ, ਅਸੀਂ ਉੱਥੇ ਸੀਗੇ। ਤਾਂ ਉਦੋਂ ਪਹਿਲਾਂ ਅਸੀਂ ਉੱਠ ਕੇ ਡਾਕਟਰ ਰੂਪ ਸਿੰਘ ਜਿਹੜੇ ਸਕੱਤਰ ਨੇ ਸ਼੍ਰੋਮਣੀ ਕਮੇਟੀ ਦੇ, ਜੀ, ਉਹ ਬੋਲਦੇ ਸੀ ਸਟੇਜ 'ਤੇ। ਉਹਨਾਂ ਨੇ ਸਾਰਾ ਦੱਸਿਆ। ਦੱਸਣ ਤੋਂ ਬਾਅਦ ਮੈਂ ਵੀ ਇੱਧਰ ਸਿੰਘ ਸਾਹਿਬ ਦੇ ਰਿਹਾਇਸ਼ ਵਾਲੇ ਪਾਸੇ ਆਇਆ, ਉਹ ਵੀ ਆਏ। ਤਾਂ ਜਦੋਂ ਮੈਂ ਬਾਹਰ ਨਿਕਲਿਆ ਤਾਂ ਉਹ ਮੈਨੂੰ ਕਹਿੰਦੇ ਵੀ ਮੈਂ ਇੱਕ ਫੋਟੋ ਖਿੱਚਣੀ ਹੈ। ਮੈਂ ਕਿਹਾ ਮੁੰਡੇ ਨੂੰ ਖਿੱਚ ਵੀ ਫੋਟੋ। ਤਾਂ ਉਹ ਮੇਰੇ ਕੱਪੜਿਆਂ ਨੂੰ ਹੱਥ ਲਾ ਕੇ ਕਹਿੰਦੇ ਵੀ ਇਹ ਰੰਗ ਮੈਨੂੰ ਬੜਾ ਪਸੰਦ ਆਉਂਦਾ ਜੀ। ਮੈਂ ਕਿਹਾ ਵੀ ਹਾਂ ਡਾਕਟਰ ਸਾਹਿਬ, ਗੱਲ ਤਾਂ ਠੀਕ ਹੈ, ਪਰ ਇੱਕ ਤੁਸੀਂ ਆਪਣੇ ਆਪ ਨੂੰ ਪੁੱਛੋ ਰੰਗ ਤੁਹਾਨੂੰ ਕਿਉਂ ਪਸੰਦ ਆਉਂਦਾ। ਜਦ ਕਿ ਤੁਹਾਡੇ ਜਿਹੜੇ ਲੈਕਚਰਾਰ, ਕਥਾਕਾਰ ਜਾਂ ਦੂਸਰੇ ਢਾਡੀ ਹੈ, ਉਹ ਇਸ ਰੰਗ ਨੂੰ ਗਿੱਦੜ ਰੰਗ ਕਹਿੰਦੇ ਆ, ਅਤੇ ਤੁਸੀਂ ਕਹਿੰਦੇ ਮੈਨੂੰ ਪਸੰਦ ਆਉਂਦਾ, ਤੁਹਾਨੂੰ ਕਿਉਂ ਪਸੰਦ ਆਉਂਦਾ। ਕਹਿੰਦੇ ਇਹਦੇ ਬਾਰੇ ਮੈਂ ਸਪਸ਼ਟ ਨਹੀਂ। ਮੈਂ ਕਿਹਾ ਮੈਂ ਦੱਸਾਂ, ਗੁਰੂ ਨਾਨਕ ਦੇਵ ਜੀ ਨੇ ਇਸ ਰੰਗ ਨੂੰ ਪਹਿਨਿਆ ਜੀ ਜਦੋਂ ਉਹਨਾਂ ਨੇ ਆਪਣਾ ਜਿਹੜਾ ਸੰਨਿਆਸੀ ਬਾਣਾ ਉਤਾਰਿਆ ਕਰਤਾਰਪੁਰ ਆਣ ਕੇ, ਉਹ ਅਸੀਂ ਪਾਰਿਆ ਜੀ। ਇਹ ਗੁਰੂ ਨਾਨਕ ਦਾ ਬਾਣਾ ਅਸੀਂ ਘਰੋਂ ਨਹੀਂ ਸਮਾ ਗਿਆ ਜੀ। ਫਿਰ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਗਰਾਂ ਦੀ ਪ੍ਰੀਖਿਆ ਕਰਨ ਗਏ, ਗਾਤੀ ਲਾ ਕੇ ਗਏ, ਚਿੱਪੀ ਲੈ ਕੇ ਗਏ, ਜਿਹੜਾ ਪਹਿਰਾ ਸੰਨਿਆਸੀ ਦਾ ਭੇਸ ਬਣਾ ਕੇ ਗਏ। ਜਦੋਂ ਲੰਗਰਾਂ ਦੀ ਪ੍ਰੀਖਿਆ ਕਰਕੇ ਆਏ ਆ, ਉਹਨਾਂ ਨੇ ਇਹ ਬਾਣਾ ਲਾਇਆ, ਅਸੀਂ ਪਾ ਲਿਆ ਜੀ। ਫਿਰ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ 5 ਸਿੱਖਾਂ ਨੂੰ ਬਨਾਰਸ ਦੀ ਧਰਤੀ 'ਤੇ ਸੰਸਕ੍ਰਿਤ ਵਿੱਦਿਆ ਪੜ੍ਹਨ ਵਾਸਤੇ ਭੇਜਿਆ, ਉਦੋਂ ਉਹਨਾਂ ਨੂੰ ਗਾਤੀਆਂ, ਸਿਰ 'ਤੇ ਛੋਟਾ ਪਰਨਾ, ਹੱਥ ਵਿੱਚ ਮਾਲਾ, ਹੱਥ ਵਿੱਚ ਚਿੱਪੀ, ਉਹ ਦੇ ਕੇ ਉਹਨਾਂ ਨੂੰ ਭੇਜਿਆ ਜੀ। ਇਸ ਨੂੰ ਅਸੀਂ ਭੇਸ ਬਣਾਇਆ। ਫਿਰ ਅਸੀਂ ਆਪ ਤਾਂ ਨਹੀਂ ਪਹਿਨਿਆ, ਚਾਹੇ ਭਗਵਾਂ ਭੇਸ ਹੈ, ਪਰ ਇੱਕ ਭਗਵਾਂ ਭੇਸ ਜਿਹੜਾ ਆ, ਇਹ ਗੁਰੂ ਸਾਹਿਬ ਨੇ ਵੀ ਨਹੀਂ ਦਿੱਤਾ। ਜਿਤਨੀ ਵੀ ਸੰਤ ਪ੍ਰਣਾਲੀ ਪਿੱਛੋਂ ਆਈ ਹੈ, ਜਦ ਦਾ ਸੰਸਾਰ ਪੈਦਾ ਹੋਇਆ ਸੰਤ ਪੈਦਾ ਹੋਏ ਜੀ। ਉਹਨਾਂ ਸੰਤਾਂ ਦਾ ਪਹਿਰਾਵਾ ਹੈ ਦੁਨੀਆ ਨੂੰ ਵੱਖਰਾ। ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜੀ। ਸੂਰਜ ਚੜ੍ਹਦਾ ਦਾ ਰੰਗ ਲਾਲ ਹੈ ਜੀ, ਸੂਰਜ ਡੁੱਬਦਾ ਦਾ ਰੰਗ ਲਾਲ ਹੈ ਜੀ, ਔਰ 10-12 ਘੰਟੇ ਸੂਰਜ ਡੁੱਬ ਜਾਂਦਾ। ਨਿਰਮਲਾ ਸੰਤ ਲਾਲ ਰੰਗ ਪਹਿਨਦਾ ਜੀ ਜੀ। ਔਰ ਸੂਰਜ ਦੇ ਜੰਮਣ ਦਾ ਰੰਗ ਅਤੇ ਮਰਨ ਦਾ ਰੰਗ, ਜਿੱਥੇ ਸੰਤ ਜੰਮਣ ਨੂੰ ਚੇਤੇ ਰੱਖਦਾ, ਮਰਨ ਨੂੰ ਵੀ ਚੇਤੇ ਰੱਖਦਾ ਵੀ ਮੈਂ ਜਾਣਾ ਜੀ ਜੀ। ਅਤੇ ਮਹਾਰਾਜ ਵੀ ਕਹਿੰਦੇ ਆ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜ ਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਜੀ ਜੀ। ਠੀਕ ਹੈ, ਸਾਡੇ ਸਮਾਜ ਵਿੱਚ ਕੁਝ ਘਟੀਆ ਬੰਦੇ ਆ ਗਏ, ਚਰਿੱਤਰਹੀਣ ਬੰਦੇ ਆ ਗਏ। ਇੱਕ ਜੰਗਲ ਵਿੱਚ ਕਈ ਤਰ੍ਹਾਂ ਦੇ ਜਾਨਵਰ ਪੈਦਾ ਹੁੰਦੇ ਨੇ, ਪਰ ਜਿੱਥੇ ਤੱਕ ਇਹ ਗੁਰੂਆਂ ਦਾ ਦਿੱਤਾ ਹੋਇਆ, ਗੁਰੂਆਂ ਦਾ ਪਹਿਰਾਵਾ ਸੀ, ਸੰਪਰਦਾਵਾਂ ਦੇ ਇਹ ਉਸ ਵੇਲੇ ਦੇ ਚਿੰਨ੍ਹ ਸਨ, ਉਹ ਪਵਿੱਤਰ ਸਨ ਔਰ ਵਧੀਆ ਸਨ, ਔਰ ਇਹ ਇੱਕ ਖਾਸ ਜਮਾਤ ਦੀ ਪਹਿਚਾਣ ਸੀ। ਇਹ ਪਹਿਚਾਣ ਹੈ। ਜਿਸ ਤਰ੍ਹਾਂ ਮਿਲਟਰੀ ਦੇ
ਮਿਲਟਰੀ ਮੈਨ ਦੀ ਵਰਦੀ ਵੱਖਰੀ ਹੈ, ਉਹ ਮਿਲਟਰੀ ਦਾ ਪਹਿਚਾਣ ਹੈ। ਜੀ 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 ਪੁਲਿਸ ਦੀ ਵਰਦੀ ਵੱਖਰੀ ਹੈ, ਪੁਲਿਸ ਦੀ ਪਹਿਚਾਣ ਹੈ। ਜੀ ਜੀ BSF ਦੀ ਵਰਦੀ ਖਾਕੀ ਹੈ, ਪਰ ਉਹਦੇ ਕਰਾਉਨ ਰੰਗ ਜੋ ਲਟਣ ਪੜਾ ਉਹ ਵੱਖਰੇ ਨੇ, ਉਹਦੀ ਪਹਿਚਾਣ ਹੈ। ਹਾਂ ਹੁਣ ਨੇਵੀ ਆ, ਹਾਂ, ਨੇਵੀ ਦੀ ਪਹਿਚਾਣ ਨੇਵੀ ਦੀ ਪਹਿਚਾਣ ਅਲੱਗ ਆ। ਜਿਹੜੇ ਵਾਯੂ ਸੈਨਾ ਮਰਚੈਂਟ ਨੇਵੀ ਹੈ ਉਹਦੀ ਅਲੱਗ ਹੈ। ਜਿਹੜੇ ਨੇਵੀ ਵਾਲੇ ਨੇ ਉਹਨਾਂ ਦੀ ਅਲੱਗ ਹੈ। ਜਿਹੜੇ ਥਲ ਵਾਲੀ ਸੈਨਾ ਹੈ ਉਹਦਾ ਅਲੱਗ ਪਹਿਰਾਵਾ ਤੇ ਪਹਿਰਾਵਾ ਹੈ, ਪਹਿਚਾਣ ਹੈ। ਠੀਕ ਹੈ। ਬੱਸ ਵਿੱਚ ਗੁਰੂ ਨਾਨਕ ਇਹਦੇ ਨਾਮ ਵਿੱਚ ਲੇਵਾ ਕਿਸੇ- ਜਿਹੜੀ ਸੰਪਰਦਾਵਾਂ ਨੇ, ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ। ਜਿਹੜੇ ਕਰਦੇ ਕਰੀ ਜਾਣ, ਮੂਰਖ ਆਦਮੀ ਨੂੰ ਕੀ ਕਹੇਗਾ। ਠੀਕ ਹੈ ਕੋਈ ਲੋੜ ਹੀ ਨਹੀਂ ਸਮਝਾਉਣ ਦੀ ਉਹਨਾਂ ਨੂੰ। ਜੀ। ਅਸੀਂ ਆਪਣੇ ਕਿੱਤੇ 'ਚ ਪਰਪੱਕ ਹੋਈਏ। ਆਪਣਾ ਜਿਹੜਾ ਸਾਡਾ ਮਿਸ਼ਨ ਸਾਨੂੰ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਆ, ਅਸੀਂ ਉਹਨੂੰ ਕਰੀਏ। ਕੋਈ ਕਿੰਤੂ ਕਰਦਾ ਕਰੀ ਜਾਵੇ, ਕੀ ਫਰਕ ਪਏਗਾ। ਠੀਕ ਹੈ। ਜਦੋਂ ਦਸਮ ਪਾਤਸ਼ਾਹ ਨੇ 1686 ਵਿੱਚ 5 ਨਿਰਮਲੇ ਸੰਤਾਂ ਨੂੰ ਵਿੱਦਿਆ ਪੜ੍ਹਨ ਵਾਸਤੇ ਭੇਜਿਆ ਜੀ, ਉਹ ਕਿਸ ਜਗ੍ਹਾ ਤੇ? ਉਹ ਇੱਥੋਂ ਪੌਂਟਾ ਸਾਹਿਬ ਦੀ ਧਰਤੀ ਤੋਂ ਗਏ ਜੀ ਔਰ ਬਨਾਰਸ ਵਿੱਚ ਜਾ ਕੇ ਚੇਤਨ ਮੱਠ ਦੇ ਸਥਾਨ ਦੇ ਉੱਤੇ ਇੱਕ ਵੱਡੇ ਸਾਰੇ ਬੋਰਡ ਦੇ ਥੱਲੇ ਕੱਖਾਂ ਦੀਆਂ ਕੁੱਲੀਆਂ ਬਣਾ ਕੇ ਉਹ ਰਹੇ। ਵਿੱਦਿਆ ਕਿਹੜੀ ਪੜ੍ਹੀ ਉਹਨਾਂ ਨੇ? ਵਿੱਦਿਆ ਸੰਸਕ੍ਰਿਤ ਦੀ ਵਿੱਦਿਆ। ਉਹਨਾਂ ਨੇ ਸ਼ਾਸਤਰ ਪੜ੍ਹੇ, ਜੀ ਵਿਆਕਰਨ ਪੜ੍ਹੀ ਜੀ ਔਰ ਉਹਨਾਂ ਨੇ ਜੋਤਿਸ਼ ਸਿੱਖੇ, ਸੰਗੀਤ ਸਿੱਖਿਆ। ਹਰ ਤਰ੍ਹਾਂ ਦੀ ਵਿੱਦਿਆ ਉਹਨਾਂ ਨੇ ਗੁਰੂ ਦੀ ਕਿਰਪਾ ਦੁਆਰਾ ਉੱਥੋਂ ਬਨਾਰਸ ਵਿੱਚੋਂ ਲਈ, ਕਿਉਂਕਿ ਬਨਾਰਸ ਜਿਹੜਾ ਸੀ ਉਸ ਵੇਲੇ ਵਿੱਦਿਆ ਦਾ ਖਾਸ ਕੇਂਦਰ ਸੀ। ਉਸ ਤੋਂ ਉਪਰੰਤ ਜਦੋਂ ਕਿੰਨੇ ਟਾਈਮ ਬਾਅਦ ਉਹਨਾਂ ਨੇ ਉਹ ਵਾਪਸ ਆਏ? ਉਹ 13 ਸਾਲ ਬਾਅਦ ਵਾਪਸ ਆਏ। ਜੀ ਔਰ ਇੱਕ ਸ਼ਾਇਦ ਪੰਡਤ ਨਿਹਾਲ ਸਿੰਘ ਦਾ ਇੱਕ ਦੋਹਰਾ ਹੈ ਜੀ ਵੀ ਪੰਡਤ ਨਿਹਾਲ ਸਿੰਘ ਮਹਾਰਾਜ ਨੇ ਜਦੋਂ ਉਹਨਾਂ ਨੂੰ ਤੋਰਿਆ ਤਾਂ ਉਹਨਾਂ ਨੇ ਕਿਹਾ ਕਿ ਜਾਓ ਮੇਰੇ ਬੱਚਿਓ, ਤੁਸੀਂ ਕਿਸ ਤਰ੍ਹਾਂ ਦਾ ਸੰਜਮ ਰੱਖ ਕੇ ਵਿੱਦਿਆ ਪੜ੍ਹਨੀ ਹੈ। ਵੀ ਮੈਂ ਵਿੱਦਿਆ ਤੁਸੀਂ ਪੜ੍ਹੋਗੇ, ਮੇਰਾ ਬਿਲਕੁਲ ਅਸ਼ੀਰਵਾਦ ਔਰ ਮੈਂ ਤੁਹਾਡੇ ਨਾਲ ਹਾਂ। ਜੀ ਜੀ ਮਹਾਰਾਜ ਦੀ ਕਿਰਪਾ ਦੁਆਰਾ ਮਹਾਰਾਜ ਤੋਂ ਬਰਸ ਆਏ ਉਹਨਾਂ 5 ਸਿੱਖਾਂ ਨੇ ਜਿਹੜੀ ਵਿੱਦਿਆ ਲੰਬਾ ਸਮਾਂ ਪਾ ਕੇ ਮਿਲਦੀ ਸੀ, ਉਹ ਉਹਨਾਂ ਨੇ 12-13 ਸਾਲ ਵਿੱਚ ਸਾਰੀ ਕੰਠ ਕਰਕੇ ਉਹਨੂੰ ਪੜ੍ਹ ਕੇ ਤਾਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਉਹ 1699 ਨੂੰ ਵਾਪਸ ਆ ਗਏ। 1699 ਨੂੰ ਵਾਪਸ 13 ਸਾਲ ਬਾਅਦ ਕਿਸ ਜਗ੍ਹਾ ਤੇ ਆਏ? ਉਹ ਅਨੰਦਪੁਰ ਸਾਹਿਬ ਵਿਖੇ ਆਏ ਉਹਨਾਂ ਕੋਲ। ਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ? ਹਾਂ, ਉਹਨਾਂ ਨੇ ਜਿਸ ਵੇਲੇ ਮਹਾਰਾਜ ਨੇ ਅੰਮ੍ਰਿਤਪਾਨ ਕਰਵਾਇਆ, ਠੀਕ ਹੈ, 5 ਮੇਰੇ ਹਿਸਾਬ ਨਾਲ ਉਹ ਵੀ 5 ਜਿਹੜੇ ਸਿੱਖ ਸੀ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ ਔਰ ਸਾਹਿਬ ਸਿੰਘ ਔਰ ਹਿੰਮਤ ਸਿੰਘ, ਜੀ ਜੀ ਇਹ ਵੀ ਸਾਰੇ ਨਿਰਮਲੇ ਸੰਤੀ ਰੱਖੇ ਸੀ। ਜੀ ਤੁਸੀਂ ਮੈਨੂੰ ਦੱਸੋ, ਜਿਹੜਾ ਬੇਦਰ ਸ਼ਹਿਰ ਤੋਂ ਆਇਆ ਉਹ ਗ੍ਰਸਤੀ ਦਾ ਹੁੰਦਾ ਨਹੀਂ ਏਡੀ ਦੂਰ। ਜੀ ਜੀ ਅੱਛਾ, ਜਿਹੜਾ ਹਸਨਾਪੁਰ ਤੋਂ ਆਇਆ ਉਹ ਵੀ ਮਹਾਰਾਜ ਦੇ ਕੋਲ ਤੁਰ ਕੇ ਆਇਆ। ਜੀ ਜਿਹੜਾ ਆਦਮੀ ਕੇਵਲ ਮੇਲਾ ਦੇਖਣ ਗਿਆ ਆਨੰਦਪੁਰ, ਅੱਜ ਵੀ ਲੱਖਾਂ ਦੀ ਗਿਣਤੀ ਲੋਕ ਮੇਲਾ ਦੇਖਣ ਜਾਂਦੇ। ਜੀ ਜੇ ਉਹਨਾਂ ਨੂੰ ਕਹੀਏ ਮੇਲੇ ਤੋਂ ਬਾਅਦ 4 ਦਿਨ 6 ਦਿਨ ਤੁਸੀਂ ਆਨੰਦਪੁਰ ਸਾਹਿਬ ਰਹੋ, ਉਹ ਕਹਿੰਦੇ ਨਹੀਂ ਜੀ, ਤਾਂ ਘਰ ਜਾਣਾ ਵਾਪਸ, ਹਾਂ ਸਾਡਾ ਪਰਿਵਾਰ ਹੈ, ਸਾਡਾ ਪਰਿਵਾਰ ਹੈ, ਤਾਂ ਜੀ ਵੀ ਸੋ ਕੰਮ ਕਰਨੇ, ਲੈਣ ਦੇਣ ਬਿਹਾਰ ਹੈ ਸਾਡਾ। ਪਰ ਜਿਹੜਾ ਕੇਵਲ ਗੁਰੂ ਦੀ ਸ਼ਰਨ 'ਚ ਗਿਆ, ਉਹ ਕਹਿੰਦਾ 50 ਦਿਨ ਰਹਿਣ ਨੂੰ ਤਿਆਰ ਹੈ, ਤੇ ਮੈਂ ਜਾਣਾ ਕਿਤੇ ਨੂੰ। ਜਦੋਂ ਮਹਾਰਾਜ ਨੇ ਉਹਨਾਂ ਤੋਂ ਸਿਰ ਮੰਗੇ, ਉਹਨੇ ਕਿਹਾ ਮਹਾਰਾਜ ਅੱਜ ਵੀ ਸਿਰ ਤੁਹਾਡਾ, ਕੱਲ੍ਹ ਵੀ ਤੁਹਾਡਾ ਹੈ, ਕੱਲ੍ਹ ਵੀ ਤੁਹਾਡਾ ਹੀ ਸੀ, ਜਦੋਂ ਹੈ ਹੀ ਤੁਹਾਡਾ, ਤੁਸੀਂ ਜਦੋਂ ਸਿਰ ਮਰਜ਼ੀ ਲਾ ਲਓ। ਠੀਕ ਹੈ। 5 ਨੇ ਅਰਪਣ ਕਰਤੇ ਸਿਰ। ਸਮਰਪਿਤ ਆਦਮੀ ਉਹ ਹੁੰਦਾ ਹੈ ਜਿਹਨੇ ਪਹਿਲਾਂ ਉਹਦਾ ਬਣਿਆ ਹੋਇਆ ਮਨ ਹੈ। ਕਿਸੇ ਨੂੰ ਡਰਾ ਕੇ ਤੁਸੀਂ ਸਮਰਪਿਤ ਨਹੀਂ ਕਰਾ ਸਕਦੇ। ਯਾਨੀ 5 ਸਿੱਖ ਉਹ ਗੁਰੂ ਸਾਹਿਬ ਨੂੰ ਡੈਡੀਕੇਟ ਹੋ ਗਏ, ਉਹਨਾਂ ਨੇ ਆਪਣਾ ਆਪਾ ਜਿਹੜਾ ਗੁਰੂ ਸਾਹਿਬ ਨੂੰ ਸੌਂਪ ਦਿੱਤਾ। ਇੱਥੋਂ ਇਹ ਵੀ ਭਾਵ ਹੈ ਵੀ ਦਸਮ ਪਾਤਸ਼ਾਹ ਨੇ ਜਿਹੜੇ 5 ਸਿੰਘਾਂ ਦੀ 1699 ਦੇ ਵਿੱਚ ਚੋਣ ਕੀਤੀ ਆ, ਉਹਨਾਂ ਨੂੰ ਸ਼ਾਸਤਰ ਵਿੱਦਿਆ ਤੇ ਹਾਂ ਸ਼ਸਤਰ ਵਿੱਦਿਆ, ਤੇ ਜਿਹੜੇ 1686 ਦੇ ਵਿੱਚ ਕੀਤੇ ਆ 5 ਨਿਰਮਲੇ ਸੰਤ, ਉਹਨਾਂ ਨੂੰ ਸ਼ਾਸਤਰ ਵਿੱਦਿਆ। ਤੇ ਇਹ ਜਦੋਂ ਵਾਪਸ ਆਏ 1699 ਦੇ ਵਿੱਚ, ਫਿਰ ਉਹਨਾਂ ਨੇ ਅੰਮ੍ਰਿਤਪਾਨ ਕੀਤਾ 5 ਮਹਾਂਪੁਰਖਾਂ ਨੇ। ਹਾਂ, ਅੰਮ੍ਰਿਤਪਾਨ ਕੀਤਾ ਉਹਨਾਂ ਨੇ, ਮਹਾਰਾਜ ਦੇ ਹੁਕਮ ਨਾਲ ਉਹਨਾਂ ਨੇ ਅੰਮ੍ਰਿਤਪਾਨ ਕੀਤਾ। ਪਰੰਤੂ ਸਿੱਖਾਂ ਉਹਨਾਂ ਨੇ ਸਵਾਲ ਕੀਤਾ ਵੀ ਮਹਾਰਾਜ ਜੰਗਾਂ ਯੁੱਧਾਂ ਦਾ ਸਮਾਂ ਹੈ, ਫਿਰ ਸਾਡੇ ਲਈ ਕੀ ਹੁਕਮ ਹੈ ਜੀ, ਵੀ ਅਸੀਂ ਤਾਂ ਸ਼ਾਸਤਰ ਤਾਂ ਪੜ੍ਹਿਆ ਪਰ ਸ਼ਸਤਰ ਨਹੀਂ ਸਿੱਖਿਆ। ਜੀ ਮਹਾਰਾਜ ਕਹਿੰਦੇ ਤੁਸੀਂ ਅਗਿਆਨ ਦੇ ਖਿਲਾਫ ਲੜਨਾ। ਜੀ ਇਹ ਜਿਹੜੀ ਗੁਰਮਤਿ ਦੀ ਵਿੱਦਿਆ ਗੁਰਬਾਣੀ ਹੈ, ਇਹ ਤੁਸੀਂ ਘਰ ਘਰ ਜਾ ਕੇ, ਡੋਰ ਟੂ ਡੋਰ ਜਾ ਕੇ, ਇਹ ਜਿਹਨੂੰ ਪੰਜਾਬੀ ਦੇ ਅੱਖਰ ਪੜ੍ਹਾਉਣੇ ਨੇ। ਜੀ ਭਾਈ ਗੁਰਦਾਸ ਸਾਹਿਬ ਇੱਕ ਬਚਨ ਹੈ ਵੀ ਜਿਹੜਾ ਇੱਕ ਅੱਖਰ ਵੀ ਕੋਈ ਪੰਜਾਬੀ ਦਾ, ਗੁਰਮੁਖੀ ਦਾ ਦੂਸਰੇ ਸਿੱਖ ਨੂੰ ਸਿਖਾਉਂਦਾ ਹੈ, ਉਹ ਬਹੁਤ ਵੱਡਾ ਪੁੰਨ ਹੈ। ਅਤੇ ਇਹਨਾਂ ਸੰਤਾਂ ਲੋਕਾਂ ਨੇ ਵਿਚਰ ਕੇ, ਜੀ ਪੂਰਾ ਵਿਚਰ ਕੇ, ਘੁੰਮ ਕੇ ਪੂਰੇ ਪੰਜਾਬ 'ਚ, ਕਿੱਥੇ ਰੋੜੀ ਸਖਰ ਸਿੰਧ ਹੈ, ਸਿੰਧ ਤੋਂ ਲੈ ਕਰਕੇ ਹਿੰਦੁਸਤਾਨ 'ਚ ਵੱਖ-ਵੱਖ ਥਾਵਾਂ 'ਚ ਔਰ ਪੰਜਾਬ ਦੀ ਸਾਰੀ ਧਰਤੀ 'ਤੇ ਘੁੰਮ ਕੇ ਉਜੈਨ, ਇਲਾਹਾਬਾਦ, ਬਨਾਰਸ, ਜੀ ਜੀ
ਔਰ ਹਰਿਦੁਆਰ ਜੀ ਤੇ ਆਪਣੇ ਨਾਸਕ ਵਗੈਰਾ ਜੀ ਸਾਰੀਆਂ ਥਾਵਾਂ ਵਿੱਚ ਜਾ ਕੇ ਧਰਮ ਪ੍ਰਚਾਰ ਕੀਤਾ। ਔਰ ਜਿਹੜੇ ਗੁਰੂ ਸਾਹਿਬ ਦਾ ਹੁਕਮ ਸੀ ਵੀ ਤੁਸੀਂ ਗੁਰਬਾਣੀ ਪ੍ਰਚਾਰਨੀ, ਗੁਰਮਤਿ ਪ੍ਰਚਾਰਨਾ, ਉਹਨੂੰ ਪ੍ਰਚਾਰਦੇ ਰਹੇ, ਜਿਹੜਾ ਅੱਜ ਤੱਕ ਉਹਨੂੰ ਉਹ ਆਪਣੀ ਡਿਊਟੀ ਕਰ ਰਿਹਾ। ਠੀਕ ਹੈ। ਅਤੇ ਜਿਹੜੇ ਨਿਰਮਲੇ ਮਹਾਂਪੁਰਖ ਆ ਇਹ ਅੰਮ੍ਰਿਤਪਾਨ ਕਰਦੇ ਆ, ਕਕਾਰ ਧਾਰਨ ਕਰਦੇ ਆ? ਸੰਵਿਧਾਨ ਤਾਂ ਇਹ ਹੈ ਵੀ ਹਰ ਨਿਰਮਲਾ ਜਿਹੜਾ ਹੈ ਉਹ ਅੰਮ੍ਰਿਤਪਾਨ, ਪਰ ਇਹਦੇ ਵਿੱਚ ਦੋ ਸ਼੍ਰੇਣੀਆਂ ਅੱਗੇ ਹੋ ਗਈਆਂ। ਹਾਂਜੀ। ਇੱਕ ਸ਼੍ਰੇਣੀ ਸ਼ਸਤਰ ਪੂਰਾ ਅੰਮ੍ਰਿਤਧਾਰੀ ਹੋ ਧਾਰੀ ਹੋ ਕਰਕੇ ਕਕਾਰ ਰੱਖਦੇ ਹੈ, ਕਛਹਿਰਾ ਵਗੈਰਾ ਰੱਖਦੇ ਹੈ, ਕੜਾ ਰੱਖਦੇ ਹੈ ਜੀ, ਪੂਰਾ ਤੌਰ 'ਤੇ ਨਿਤਨੇਮ ਕਰਦੇ ਹੈ। ਹਾਂਜੀ। ਜਿਹੜੀ ਦੂਸਰੀ ਸ਼੍ਰੇਣੀ ਹੈ ਉਹ ਅੰਮ੍ਰਿਤਪਾਨ ਕਰਦੇ ਹੈ ਜੀ। ਚਲੋ ਉਹ ਕਛਹਿਰਾ ਵੀ ਪਾਉਂਦੇ ਹੈ, ਬਾਕੀ ਸਾਰਾ ਕੁਝ ਰੱਖਦੇ ਆ, ਪਰ ਉਹ ਕਿਰਪਾਨ ਧਾਰੀ ਨੇ, ਉਹ ਮਾਲਾ ਧਾਰੀ ਨੇ, ਜੀ ਜ਼ਿਆਦਾ ਸਿਮਰਨ ਵਿੱਚ ਉਹ ਰੱਖਦੇ ਆ। ਜੀ। ਯਾਨੀ ਕੁਛ ਵੀ ਹੈ ਦੋਨਾਂ ਧਰਾਂ ਦੇ ਇਹ ਜਿਹੜੇ ਉਹਨਾਂ ਦਾ ਮੁੱਖ ਟੀਚਾ ਜਿਹੜਾ ਹੈ ਉਹ ਭਜਨ ਕਰਨਾ, ਭਜਨ ਵਿੱਚ ਲੋਕਾਂ ਨੂੰ ਜੋੜਨਾ, ਬੁਰਿਆਈ ਤੋਂ ਪਰੇ ਰਹਿਣਾ, ਬੁਰਿਆਈ ਤੋਂ ਪਰੇ ਕਰਨਾ। ਇਹ ਉਹਨਾਂ ਨੇ ਆਪਣੇ ਕਰਮ ਨੂੰ ਵਿਦਿਆ ਦੇ ਪਸਾਰੇ ਵਿੱਚ ਜਿਉਂ ਕਾ ਤਿਉਂ ਚਾਲੂ ਰੱਖਿਆ। ਠੀਕ ਹੈ ਜੀ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ, ਗੁਰਬਾਣੀ ਦੇ ਨਾਲ ਜੋ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਅਗਿਆਨ ਦੇ ਅੰਧੇਰੇ ਨੂੰ ਮਿਟਾਉਣਾ, ਦੂਰ ਕਰਨਾ, ਅਤੇ ਉਹਦੇ ਸੰਬੰਧ ਵਿੱਚ ਫਿਰ ਇਹ ਸੰਪਰਦਾ ਅੱਜ ਤੱਕ ਕੀ ਯੋਗਦਾਨ ਹੈ, ਕਿਵੇਂ? ਇਹ ਇੱਕ ਵੱਖਰਾ ਬੜਾ ਵੱਡਾ ਸਬਜੈਕਟ ਹੈ ਜੀ। ਮੈਂ ਸਮਝਦਾ ਅੱਜ ਅਸੀਂ ਜਿਹੜੀ ਨਿਮਰ ਸੰਪਰਦਾ ਦਾ ਓਰੀਜਨ ਜੀ ਇਹਨੂੰ ਅਸੀਂ ਦੇਖਿਆ ਵੀ ਕਿੱਥੋਂ ਹੋਇਆ, ਜੀ ਜੀ, ਕਿਹੜੇ ਸਰਕਮਸਟੈਂਸਿਸ ਵਿੱਚ ਇਹਦੀ ਹੋਂਦ ਹੋਈ। ਜੀ ਜੀ। ਅੱਜ ਇਹ ਵੀ ਵਿਚਾਰ ਹੈ ਵੀ ਅੱਜ ਦਾ ਸਿੱਖ ਨੂੰ ਮੰਨਣ ਨੂੰ ਤਿਆਰ ਨਹੀਂ, ਪਰ ਅਸੀਂ ਜੇ ਕੋਈ 5% 7% ਸਿੱਖ ਨਹੀਂ ਮੰਨਦੇ ਤਾਂ ਸਾਨੂੰ ਉਹਨਾਂ ਨਾਲ ਵਿਵਾਦ ਕਰਨ ਦੀ ਲੋੜ ਨਹੀਂ। ਜੀ। ਅਸੀਂ, ਸਾਡਾ ਪੂਰਨ ਵਿਸ਼ਵਾਸ ਹੈ, ਯਕੀਨ ਹੈ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਤੋਂ ਅਸੀਂ ਸਾਡਾ ਜਿਹੜੀ ਸੰਪਰਦਾ ਹੋਂਦ ਵਿੱਚ ਆਈ, ਔਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵਡਿਆਏ ਹੋਏ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣ ਕੇ ਅਸੀਂ ਵਿਦਿਆ ਦੇ ਆਸ਼ੀਰਵਾਦ ਲੈ ਕੇ ਵਿਦਿਆ ਦੇ ਖੇਤਰ ਵਿੱਚ ਇਹ ਗੱਲ ਤਾਂ ਅੱਜ ਵੀ ਸੰਸਾਰ ਦੇ ਸਭ ਲੋਕ ਮੰਨਦੇ ਆ ਵੀ ਜੇ ਵਿਦਵਾਨ ਹੋਏ, ਕੋਈ ਵਿਦਵਾਨ ਸ਼੍ਰੇਣੀ ਹੈ ਸਿੱਖਾਂ ਵਿੱਚ ਤੇ ਨਿਰਮਲ ਸੰਪਰਦਾ ਹੈ। ਨਿਰਮਲ ਸੰਪਰਦਾ ਅੱਜ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਬਹੁਤ ਕੁਝ ਲਿਖ ਰਹੇ ਆ, ਜੀ ਜੀ, ਪਰੰਤੂ ਜਿਹੜਾ ਉਹਨਾਂ ਮਹਾਂਪੁਰਸ਼ਾਂ ਨੇ ਲਿਖਿਆ, ਜਦੋਂ ਕਾਗਜ਼ ਨਹੀਂ ਸੀ, ਸਿਆਹੀ ਦੀ ਕੀਮਤ ਦੂਸਰੀ ਨਹੀਂ ਸੀ, ਸੋਰਸਿਸ ਆਫ ਨੌਲੇਜ ਜਿਹੜੇ ਦੂਜੇ ਥਾਂ 'ਤੇ ਇੱਕ ਥਾਂ ਤੋਂ ਦੂਜੇ ਥਾਂ ਦਾ ਗਿਆਨ ਲੈਣ ਵਾਸਤੇ ਜਿਹੜੇ ਸਾਧਨ ਵੀ ਨਹੀਂ ਸੀ। ਅੱਜ ਤਾਂ ਅਖਬਾਰ ਹੈ, TV ਹੈ, WhatsApp ਹੈ, ਇੰਟਰਨੈਟ ਹੈ, ਅੱਜ ਤਾਂ ਕੋਈ ਬਹੁਤ ਕੁਛ ਹੈ। ਤੁਸੀਂ ਕੋਈ ਕਿਸੇ ਤੋਂ ਜਾਣਨਾ ਚਾਹੁੰਦੇ ਹੋ, ਹੁਣ ਤੁਸੀਂ ਕਲਕੱਤੇ ਨੂੰ ਇੰਟਰਨੈਟ 'ਤੇ ਦੇਖੋਗੇ, ਤੁਸੀਂ ਸਭ ਕੁਝ ਦੇਖ ਲਓਗੇ, ਪਰੰਤੂ ਉਸ ਵੇਲੇ ਤਾਂ ਇਹ ਨਹੀਂ ਪਤਾ ਨਾਲ ਦੇ ਪਿੰਡ 'ਚ ਕੀ ਹੋ ਰਿਹਾ। ਪਰ ਮਹਾਂਪੁਰਸ਼ਾਂ ਨੇ ਉਸ ਵੇਲੇ ਵੀ ਇਹੋ ਜਿਹੀ ਕਾਰਜ ਪ੍ਰਣਾਲੀ ਨੂੰ ਚਿਣਿਆ, ਇਹੋ ਜਿਹੀ ਕਾਰਜਸ਼ੈਲੀ ਰੱਖੀ ਜਿਹਦੇ ਨਾਲ ਤੁਸੀਂ ਜੇ ਉਦਾਹਰਣ ਵਜੋਂ ਕੁਝ ਦੇਖਣਾ ਤੇ ਪੰਡਤ ਤਾਰਾ ਸਿੰਘ ਨਰੋਤਮ ਦਾ ਲਿਖਿਆ ਹੋਇਆ ਜੀ ਇੱਕ ਛੋਟਾ ਜਿਹਾ ਗ੍ਰੰਥ ਹੈ, ਗੁਰ ਤੀਰਥ ਸੰਗ੍ਰਹਿ ਜੀ, ਤੁਸੀਂ ਦੇਖ ਸਕਦੇ ਹੋ। ਉਹਨਾਂ ਵਿੱਚ ਉਹਨਾਂ ਨੇ ਕਰਦੇ ਆ ਗੁਰਦੁਆਰਾ ਕਿਹਦੇ ਨਾਲ ਸੰਬੰਧ ਰੱਖਦਾ, ਕਦੋਂ ਸਥਾਪਿਤ ਹੋਇਆ, ਇਹਨੂੰ ਸਟੇਸ਼ਨ ਕਿਹੜਾ ਲੱਗਦਾ, ਬੱਸ ਸਟੈਂਡ ਕਿਹੜਾ ਲੱਗਦਾ, ਉੱਥੇ ਕਿਰਾਇਆ ਕਿੰਨਾ, ਸਵਾ ਆਨਾ, ਡੇਢ ਆਨਾ, ਅੱਧਾ ਪੈਸਾ, 2 ਪੈਸੇ, ਕੀ ਕਿਰਾਇਆ। ਫਿਰ ਉੱਤੇ ਇਹ ਵੀ ਲਿਖਿਆ ਵੀ ਉਹ ਕਿਹੜੀ ਦਿਸ਼ਾ ਦੇ ਕੋਣ ਵਿੱਚ ਹੈ, ਉੱਤਰ ਦਿਸ਼ਾ ਵਿੱਚ ਹੈ, ਕੋਣ ਕਿਹੜੇ ਵਿੱਚ ਹੈ ਜੀ ਜੀ। ਯਾਨੀ ਇੰਨਾ ਬਰੀਕੀ ਨਾਲ, ਜਦੋਂ ਕਿ ਉਸ ਵੇਲੇ ਬੜਾ ਔਖਾ ਸੀ ਉਹਨਾਂ ਥਾਵਾਂ 'ਤੇ ਜਾ ਕੇ ਉਹਨਾਂ ਦੀ ਡਿਸਟੈਂਸ ਦੂਰੀ ਨੂੰ ਦੇਖਣਾ, ਉੱਥੇ ਇਹ ਦੇਖਣਾ ਵੀ ਉੱਥੇ ਕਿਰਾਇਆ ਕਿੰਨਾ ਲੱਗਦਾ ਜੀ ਜੀ, ਚੀਜ਼ ਟਾਂਗਾ ਚੱਲਦਾ ਹੈ ਕਿ ਉੱਥੇ ਰਕਸ਼ਾ ਚੱਲਦਾ, ਜਾਂ ਉੱਥੇ ਕੀ ਸਾਧਨ ਜਾਣਾ ਜੀ ਜੀ। ਇੱਕ ਹੋਰ ਉਦਾਹਰਣ ਜੀ, ਸੰਤ ਬਾਬਾ ਗਣੇਸ਼ਾ ਸਿੰਘ ਮਹਾਰਾਜ ਬੜੇ ਵਿਦਵਾਨ ਹੋਏ, ਉਹਨਾਂ ਨੇ 30-31 ਕਿਤਾਬਾਂ ਲਿਖੀਆਂ, ਅਨੁਵਾਦ ਕੀਤੇ, ਆਪਣੀਆਂ ਲਿਖੀਆਂ। ਉਹਨਾਂ ਨੇ ਇੱਕ ਭਾਰਤਮਾਤ ਦਰਪਣ ਗ੍ਰੰਥ ਲਿਖਿਆ ਜੀ, ਜਿਹਦੇ ਵਿੱਚ 200 ਮੱਤਾਂ ਦਾ ਜ਼ਿਕਰ ਕੀਤਾ। ਕਮਾਲ ਦੀ ਗੱਲ ਹੈ, ਉਹ ਉਹਨਾਂ ਮੱਤਾਂ ਦੇ ਜਿਹੜੇ ਉਹਨਾਂ ਦੇ ਸਥਾਨ ਸੀ, ਉਹ ਸਥਾਨਾਪਤੀਆਂ ਕੋ ਗਏ, ਇਹ ਤੁਹਾਡਾ ਕਦੋਂ ਤੋਂ ਮੱਤ ਬਣਿਆ, ਇਸ ਮੱਤ ਦੇ ਸਿਧਾਂਤ ਕੀ ਹੈ, ਨਿਯਮ ਕੀ ਹੈ, ਪਹਿਚਾਣ ਕੀ ਹੈ, ਗੁਰਮੰਤਰ ਕੀ ਹੈ, ਔਰ ਇਹ ਕਿੰਨਾ ਚਿਰ ਚੱਲਿਆ, ਇਹਦਾ ਆਦਿਚਾਰੀਆ ਕੌਣ ਹੋਇਆ, ਉਹ ਸਾਰਾ ਬੜੀ ਡਿਟੇਲ ਵਿੱਚ ਉਹਨਾਂ ਨੇ ਉਹ 200 ਮੱਤਾਂ ਬਾਰੇ ਜ਼ਿਕਰ ਕੀਤਾ। ਮੈਂ ਸਮਝਦਾ ਵੀ ਉਹ ਪੰਜਾਬ ਦੀ ਧਰਤੀ ਦੇ ਜੰਮਪਲ ਸੀ, ਹੁਸ਼ਿਆਰਪੁਰ ਦੇ ਇੱਥੇ ਦੇ ਰਲਨ ਪਿੰਡ ਦੇ ਸੀ ਜੀ। ਫਿਰ ਉਹ ਚਲੋ ਉਹਨਾਂ ਨੇ ਪੰਡਤ ਤਾਰਾ ਸਿੰਘ ਜੀ ਹੋਏ ਹੈ ਤਰਨ ਤਾਰਨ ਵਾਲੇ ਜੀ, ਉਹਨਾਂ ਕੋਲ ਜਾ ਕੇ ਵਿੱਦਿਆ ਲਈ। ਫਿਰ ਉਹ ਕਾਲਰੀ ਵੀ ਸਕੂਲ ਦੀ ਵਿੱਦਿਆ ਵੀ ਜਿੰਨੀ ਕੁ ਉਹਨਾਂ ਤੋਂ ਲੈ ਹੋਈ ਲਈ। ਫਿਰ ਉਹ ਹਰਿਦੁਆਰ ਚਲੇ ਗਏ, ਬਨਾਰਸ ਚਲੇ ਗਏ। ਫਿਰ ਉਹ ਖਾੜੇ ਦੇ ਰਮਤ ਖਾੜੇ ਦੇ 20 ਸਾਲ ਉਹ ਨਿਰਮਲ ਪੰਚਾਇਤੀ ਖਾੜੇ ਦੇ ਸੈਕਟਰੀ ਰਹੇ। ਉਹਨਾਂ ਨੇ ਨਿਰਮਲ ਪੰਚਾਇਤੀ ਖਾੜੇ ਦਾ 1905 ਵਿੱਚ ਰਜਿਸਟ੍ਰੇਸ਼ਨ ਦਾ ਵਿਧਾਨ ਬਣਾ ਕੇ ਰਜਿਸਟਰ ਕਰਾਇਆ।
ਫਿਰ ਕਿੱਥੇ ਚਿੱਤਰਕੂਟ ਹੈ, ਕਿੱਥੇ ਦੂਸਰੇ ਦੁਰਾਡੇ ਦੂਰ ਜਾ ਕੇ ਉਹ ਉਸ ਵੇਲੇ ਧਰਮਾਂ ਦੇ ਸੰਬੰਧ ਵਿੱਚ ਜਾਣਕਾਰੀ ਇਕੱਠੀ ਕਰਦੇ ਨੇ। ਜੀ ਜੀ। ਅਤੇ ਮੈਂ ਇਹ ਤਾਂ ਦੱਸਣਾ ਚਾਹੁੰਦਾ ਸੀ ਵੀ ਨਿਰਮਲੇ ਸੰਤਾਂ ਦੀ ਸਾਹਿਤ ਵਿੱਚ ਔਰ ਇਹ ਗਿਆਨ ਵਿੱਚ ਜਿਹੜੀ ਉਹਦਾ ਯੋਗਦਾਨ ਹੈ, ਉਹ ਬਿਲਕੁਲ ਉਹਦਾ ਕੋਈ ਬਰਾਬਰੀ ਨਹੀਂ ਹੈ, ਕੋਈ ਮੁਕਾਬਲਾ ਨਹੀਂ ਹੈ। ਜੀ, ਇਹ ਤਾਂ ਸਾਰੇ ਮਹਾਰਾਜ ਯੂਨੀਵਰਸਿਟੀਆਂ 'ਚ, ਮੈਂ ਵੀ ਯੂਨੀਵਰਸਿਟੀ 'ਚ ਜਦੋਂ ਪੜ੍ਹੇ ਆ ਜਾਂਦੇ ਹਾਂ, ਔਰ ਜਦੋਂ ਉਹਨਾਂ ਨੂੰ ਦੱਸਦੇ ਆ ਕਿ ਸਾਡਾ ਸੰਬੰਧ ਨਿਰਮਲ ਸੰਪਰਦਾ ਨਾਲ ਹੈ ਨਾ, ਤੇ ਉੱਠ ਕੇ ਖੜੇ ਹੋ ਜਾਂਦੇ ਆ ਕਿ ਨਿਰਮਲੇ ਮਹਾਂਪੁਰਖਾਂ ਨੇ ਬਹੁਤ ਲਿਖਿਆ। ਅਤੇ ਮੈਂ ਇਹ ਸੋਚਦਾ ਵੀ ਬਹੁਤ ਵੱਡੇ ਆਪਣੇ ਇਹ ਕਾਰਜ ਅੱਗੇ ਸੰਗਤਾਂ ਦੇ ਨਾਲ ਸਾਂਝੇ ਕਰਨ ਵਾਲੇ, ਜਿਵੇਂ ਨਿਰਮਲ ਸੰਪਰਦਾ ਦੀ ਸੰਗੀਤ ਨੂੰ ਦੇਣ, ਸਾਹਿਤ ਨੂੰ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੋਤਿਸ਼ ਨੂੰ, ਹੈ ਨਾ, ਜੋਤਿਸ਼ ਨੂੰ, ਆਯੁਰਵੈਦਿਕ ਨੂੰ, ਅਤੇ ਜਿਵੇਂ ਟੀਕਾਕਾਰੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗ੍ਰੰਥ ਲਿਖੇ ਆ ਉਹਨਾਂ ਦੇ ਵਿੱਚ, ਅਤੇ ਉਹ ਆਪਾਂ ਫਿਰ ਅਲੱਗ-ਅਲੱਗ ਸਬਜੈਕਟਾਂ 'ਤੇ ਹਾਂ ਬੋਲਾਂਗੇ, ਅਲੱਗ-ਅਲੱਗ ਕਰਕੇ ਅਤੇ ਉਹ ਸੰਗਤਾਂ ਦੇ ਨਾਲ ਸਾਂਝੇ ਕਰਾਂਗੇ। ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਇੱਕ ਗੱਲ ਮੈਂ ਇੱਥੇ ਸਪਸ਼ਟ ਹੋਰ ਕਰਨੀ ਚਾਹੁੰਦਾ। ਜੀ ਜੀ। ਜਿੱਥੇ ਅੱਜ ਅਸੀਂ ਨਿਰਮਲ ਸੰਪਰਦਾ ਬਾਰੇ ਬਹੁਤ ਵਿਸਥਾਰਪੂਰਵਕ ਗੱਲ ਕੀਤੀ ਹੈ, ਜੀ, ਨਿਰਮਲ ਸੰਪਰਦਾ ਤੋਂ ਬਿਨਾਂ ਸਿੱਖ ਜਗਤ ਵਿੱਚ ਹੋਰ ਵੀ ਸੰਪਰਦਾਵਾਂ ਰਹੀਆਂ। ਜੀ, ਜਿਸ ਤਰ੍ਹਾਂ ਦਸਮ ਪਾਤਸ਼ਾਹ ਦੀ ਜਿਹੜੀ ਸਮੇਂ ਵਿੱਚ ਔਰ ਸ਼ੁਰੂਆਤ ਉਹਦੀ ਭਾਈ ਕਨ੍ਹਈਆ ਜੀ 9ਵੀਂ ਪਾਤਸ਼ਾਹੀ ਦੇ ਸਿੱਖ ਸੀ। ਜੀ, ਦਸਮ ਪਾਤਸ਼ਾਹ ਦੇ ਦਰਬਾਰ 'ਚ ਗਏ, ਉਹਨਾਂ ਨੇ ਪਾਣੀ ਦੀ ਸੇਵਾ ਕੀਤੀ, ਗੁਰੂ ਸਾਹਿਬ ਨੇ ਮਲਮ ਪੱਟੀ ਦੀ ਵੀ ਸੇਵਾ ਦਿੱਤੀ, ਔਰ ਉਹਨਾਂ ਤੋਂ ਸੇਵਾ ਪੰਥੀ ਜਿਹੜੀ ਨਾ ਸੰਪਰਦਾ ਚੱਲੀ। ਜੀ ਜੀ। ਇਹਨਾਂ 'ਚੋਂ ਇੱਕ ਅੱਡਣ ਸ਼ਾਹੀ ਸੰਪਰਦਾ ਜੀ, ਉਹ ਵੀ ਨਿਰਮਲਿਆਂ ਦੀ ਹੈ। ਜੀ, ਸੇਵਾ ਪੰਥੀ, ਅੱਡਣ ਸ਼ਾਹੀ ਹੈ, ਔਰ ਨਿਰਮਲੇ ਇੱਕ ਜਿਹੜੀ ਇਹਨਾਂ ਦੀ ਸੰਪਰਦਾ ਨਿਹੰਗ ਸਿੰਘਾਂ ਦੀ। ਹਾਂਜੀ। ਵਾਸਤਵ ਵਿੱਚ ਨਿਹੰਗ ਸਿੰਘ ਜਿਹੜੇ ਉਹ ਗੁਰੂ ਸਾਹਿਬ ਦੀ ਸਸ਼ਸਤਰ ਫੌਜ ਸੀ। ਜੀ, ਭਈ ਉਹ ਜ਼ੁਲਮ ਦੇ ਖਿਲਾਫ ਲੜਨ, ਵਿਅੰਗਮ ਰਹਿਣ, ਕੋਈ ਲੈਣਾ ਨਹੀਂ ਦੇਣਾ ਨਹੀਂ, ਅਤੇ ਉਹਨਾਂ ਨੇ ਮਤਲਬ ਧਰਮ ਦੇ ਪ੍ਰਚਾਰ ਕਰਨ ਵਾਲਿਆਂ ਦੀ ਮਦਦ ਵਾਸਤੇ ਉਹਨਾਂ ਨੂੰ ਰੱਖਿਆ। ਬੇਸ਼ੱਕ ਉਹਨਾਂ ਦਾ ਇੰਨਾ ਹੀ ਰੋਲ ਸੀ ਵੀ ਉਹ ਧਰਮ ਦੀ ਰੱਖਿਆ ਵਾਸਤੇ ਸੀ, ਪਰ ਉਹਨਾਂ ਵਿੱਚ ਵੀ ਕਾਫੀ ਵਿਦਵਾਨ ਪੁਰਸ਼ ਹੋਏ ਨੇ। ਜੀ, ਔਰ ਇਹ ਕੋਈ ਵੱਡੀ ਗੱਲ ਨਹੀਂ। ਨਿਰਮਲੇ ਉਦਾਸੀ ਬਣ ਜਾਂਦੇ ਨੇ, ਉਦਾਸੀ ਨੇ ਉਦਾਸੀ ਬੇਸ਼ੱਕ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਤੋਂ ਆਪਣੀ ਹੋਂਦ ਨੂੰ ਮੰਨਦੇ ਨੇ। ਜੀ ਜੀ। ਪਰ ਗੁਰਮਤਿ ਦੇ ਪ੍ਰਚਾਰ ਵਿੱਚ ਜਿਹੜਾ ਉਦਾਸੀਆਂ ਦੀ ਦੇਣ ਹੈ, ਉਹ ਵੀ ਕਹਿਣ ਕਥਨ ਤੋਂ ਬਾਹਰ, ਉਹ ਵੀ ਬਹੁਤ ਵੱਡੀ ਹੈ। ਜਿੱਥੇ ਹਿੰਦੂ ਮੱਤ ਵਿੱਚ ਕੇਵਲ ਹਿੰਦੂਆਂ ਦਾ ਗੜ੍ਹ ਸੀ, ਜੀ, ਉਦਾਸੀ ਸੰਤਾਂ ਨੇ ਜਾ ਕੇ ਉੱਥੇ ਆਪਣਾ ਆਸ਼ਰਮ ਬਣਾਏ। ਜੀ, ਜਿਵੇਂ ਦੱਖਣ 'ਚ ਬਹੁਤ ਸਾਰੀਆਂ ਜਗ੍ਹਾ 'ਚ ਆਸ਼ਰਮ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਲੋਕਾਂ ਨੂੰ ਪੜ੍ਹਨ ਵਾਸਤੇ ਲਾਇਆ, ਔਰ ਪੜ੍ਹਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਪ੍ਰੇਰਿਤ ਗੁਰਮਤਿ ਨਾਲ ਪ੍ਰੇਰਿਆ। ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਖਿਮਾ ਚਾਹਾਂਗਾ। ਜੀ, ਪਟਨਾ ਸਾਹਿਬ ਦੇ ਸਟੇਸ਼ਨ ਤੋਂ 2-2.5 ਕਿਲੋਮੀਟਰ 'ਤੇ ਇੱਕ ਪਿੰਡ ਹੈ। ਉਸ ਪਿੰਡ ਵਿੱਚ ਇੱਕ ਮੰਦਿਰ ਹੈ। ਉਸ ਪਿੰਡ ਵਿੱਚ ਇੱਕ ਉਦਾਸੀ ਸੰਤ ਰਿਹਾ। ਜੀ, ਉਸ ਆਸ਼ਰਮ ਦੇ ਨਾਂ ਕੁਛ 15-18 ਕਿੱਲੇ ਜ਼ਮੀਨ ਵੀ ਹੈ। ਜੀ, ਅੱਜ ਵੀ ਉਸ ਮੰਦਿਰ ਵਿੱਚ ਮੈਂ ਖੁਦ ਆਸਰੇ ਜਾ ਕੇ ਦੇਖਿਆ। ਮੰਦਿਰ ਵਿੱਚ ਇੱਕ ਥਾਲ ਹੈ, ਉਹਦੇ 9 ਮਤਲਬ ਜੋਤਾਂ ਜਗਦੀਆਂ ਨੇ, ਪਰ ਇੱਕੋ ਜਗਾਉਂਦੇ। ਅੱਛਾ ਜੀ। ਤਕਰੀਬਨ 150 ਸਾਲ ਤੋਂ ਜਗ ਰਹੀ ਹੈ। ਉਹ ਹਰ ਵਾਰ ਦਿਨ ਦੇ ਹਿਸਾਬ ਨਾਲ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਉਹ ਜੋਤ ਜਿਹੜੀ ਆ ਉਹ ਬਦਲਦੇ ਆ। ਉਸੇ ਮੰਦਿਰ ਦੇ ਅੰਦਰ ਇੱਕ ਦਰਬਾਰ ਸਾਹਿਬ ਅੱਜ ਵੀ ਪ੍ਰਕਾਸ਼ ਹੈ। ਅੱਛਾ, ਪੱਥਰ ਦੇ ਛਾਪੇ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਹਾਂ, ਉਹਦਾ ਧਾਗਾ ਟੁੱਟਾ ਹੋਇਆ। ਜੀ, ਅਤੇ ਥੱਲੇ ਚਾਦਰ ਕੁਛ ਨਹੀਂ ਵਿਛਾਉਂਦੇ। ਦਰਬਾਰ ਸਾਹਿਬ ਪ੍ਰਕਾਸ਼ ਹੈ, ਉਹਦੇ ਉੱਤੇ ਰੁਮਾਲੇ ਬਦਲਦੇ ਆ, ਚਾਨੀ ਵਗੈਰਾ ਕੋਈ ਨਹੀਂ, ਸੰਗੇ ਮਰਮਰ ਦਾ ਥੜਾ ਬਣਿਆ। ਜੀ, ਦਾਸ ਉੱਥੇ ਗਿਆ, ਜਾ ਕੇ ਉਹਨੂੰ ਦੇਖਿਆ, ਅਤੇ ਉਹ ਪੱਥਰ ਦੇ ਛਾਪੇ ਦੀ ਬੀੜ ਸੀ। ਅੱਛਾ ਜੀ। ਉਸ ਪਿੰਡ ਵਾਲਿਆਂ ਨੂੰ ਸ਼ੱਕ ਹੋ ਗਿਆ ਸੀ। 3-4 ਗੱਡੀਆਂ ਸੀ, ਸੰਤ ਸੀ, ਉਹਨੇ ਕਿਹਾ ਵੀ ਸਿੱਖ ਚੁੱਕਣ ਵਾਸਤੇ ਆ ਗਏ। ਜੀ, 10-15 ਮਿੰਟਾਂ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ। ਜੀ, ਗੱਲਬਾਤ ਕੀਤੀ। ਪਹਿਲਾਂ ਤਾਂ ਉਹਨਾਂ ਦਾ ਤੌਰ ਤਰੀਕਾ ਬੜਾ ਗਰਮ ਸੀ। ਫਿਰ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਬੜੇ ਇਸ ਗੱਲ 'ਚ ਖੁਸ਼ ਹੋਏ। ਅਸੀਂ ਕਿਹਾ ਇੱਥੇ ਦਰਸ਼ਨ ਕਰਨਾ ਹੈ। ਉਹ ਕਹਿੰਦੇ ਜੀ देखो, ये जो हमारे पास बाबा पढ़ा है जी, हमको पढ़ना नहीं आता, हमको समझ नहीं आती क्या है जी, परंतु इसको उठाने नहीं देंगे जी। हमारे गांव में जितने जिम्मेदार हैं, जितने दुकानदार हैं, जितना भी कोई कार्य करने वाला, सभी लाखापति है। क्या गरीब कोई नहीं है जी। इसी की बदौलत लाखापति है। क्या बात। इसको उठाने नहीं देंगे जी। मैं क्या भाई, हम उठाने ही नहीं आए, हम तो दर्शन करने आए जी। 500 ਰੁਪਈਆ ਮੈਂ ਦਿੱਤਾ, ਜਿਹਦੇ 'ਚੋਂ 500 ਸੈਕਟਰੀ ਬਲਵੰਤ ਸਿੰਘ ਨੇ ਦਿੱਤਾ ਜੀ। ਵੀ ਵਧੀਆ ਚਾਦਰਾਂ ਲਿਆਓ, ਹਰ ਦੂਜੇ ਚੌਥੇ ਦਿਨ ਚਾਦਰ ਬਦਲੋ। ਰੁਮਾਲੇ ਕਹਿੰਦੇ ਸਾਡੇ ਕੋਲ ਹੈਗੇ, ਰੁਮਾਲੇ ਹੋਰ ਲਿਆਓ ਜੀ। ਜੀ, ਉੱਤੇ ਚਾਨੀ ਬਣਾ ਕੇ ਲਾਓ, ਪੂਰਾ ਸਤਿਕਾਰ ਅਦਬ ਕਰੋ।
ਉਹ ਕਹਿੰਦੇ ਅੱਛਾ ਜੀ, ਬੜੇ ਖੁਸ਼ ਹੋਏ। ਜੀ ਯਾਨੀ 1000 ਰੁਪਇਆ ਅਸੀਂ ਦਿੱਤਾ ਉਸ ਵੇਲੇ। ਬਲਕਿ ਤਾਂ ਅਸੀਂ ਪਟਨੇ ਵੀ ਆਣ ਕੇ ਕਿਹਾ ਵੀ ਉਹਨਾਂ ਨੂੰ ਚਾਨੀਆਂ ਬਣਾ ਕੇ ਦਿਓ, ਤੇ ਉਹਨਾਂ ਦੀ ਸ਼ਰਧਾ ਹੈ। ਅੱਜ ਵੀ ਉਦਾਸੀ ਸੰਤ ਦੀ ਫੋਟੋ ਪਈ ਹੈ ਉੱਥੇ, ਜੀ ਜੀ ਜੇ ਪਿੰਡ 'ਚ ਰਹਿੰਦਾ ਹੈ। ਯਾਨੀ ਸੰਤ ਉਦਾਸੀ ਸੰਤ ਨੇ ਹੀ ਮਹਾਰਾਜ ਦਾ ਉੱਥੇ ਪ੍ਰਕਾਸ਼ ਕੀਤਾ। ਬਹੁਤ ਬਹੁਤ ਇਹ ਵਧੀਆ। ਨਹੀਂ ਕਹਿ ਸਕਦੇ ਅਸੀਂ ਵੀ ਉਦਾਸੀਆਂ ਨੇ ਗ੍ਰੰਥ ਵੀ ਬਹੁਤ ਲਿਖਿਆ, ਉਦਾਸੀਆਂ ਨੇ ਮਹਾਰਾਜ ਦਾ ਪ੍ਰਚਾਰ ਵੀ ਬਹੁਤ ਕੀਤਾ ਗੁਰਮਤਿ ਦਾ। ਪਰ ਅੱਜ ਦੇ ਸਾਡੇ ਸਿੱਖਾਂ ਦੀ ਤੰਗ ਦਿਲੀ ਨੇ, ਜਾਂ ਇਉਂ ਕਹਿ ਲਈਏ ਵੀ ਇੱਕ ਸੌੜੀ ਸੋਚ ਜਿਹੜੀ ਹੈ, ਸੋਚ ਉਸ ਸੋਚ ਨੇ ਉਦਾਸੀਆਂ ਨੂੰ ਪਰੇ ਕਰਤਾ। ਪਰ ਇਹ ਸੰਪਰਦਾਵਾਂ, ਇਹਦਾ ਮਤਲਬ ਮੂਲ ਸੰਪਰਦਾਵਾਂ ਸੰਪਰਦਾਵਾਂ ਜਿਵੇਂ ਉਦਾਸੀ ਸੰਪਰਦਾ ਦਾ ਬਹੁਤ ਵੱਡਾ ਗੁਰੂ ਸਥਾਨਾਂ ਤੇ ਵੀ ਪਹਿਲੇ ਪ੍ਰਚਾਰ ਕੀਤਾ। ਚਲੋ ਕੋਈ ਇੱਕ ਦੋ ਨੂੰ ਛੱਡ ਕੇ ਕੋਈ ਸੱਚਖੰਡ ਹਜ਼ੂਰ ਸਾਹਿਬ ਦੇ ਤੇ ਉਦਾਸੀ ਸੰਤ ਮਹੰਤ ਦਾ ਉੱਥੇ ਸੇਵਾ ਰਹੀ, ਇੱਕ ਨਿਰਮਲ ਸੰਤ ਦੀ ਸੇਵਾ ਰਹੀ। ਪਟਨਾ ਸਾਹਿਬ ਦੇ ਤਖਤ ਦੇ ਉੱਤੇ ਮਹੰਤ ਸੁਮੇਰ ਸਿੰਘ ਹੋਏ, ਨਿਰਮਲੇ ਹੋਏ, ਉਹਨਾਂ ਦੀ ਸੇਵਾ ਰਹੀ। ਜੀ ਜੀ ਹਰਿਮੰਦਰ ਸਾਹਿਬ ਵਿੱਚ ਸੇਵਾ ਰਹੀ ਜੀ। ਨਨਕਾਣਾ ਸਾਹਿਬ ਵਿੱਚ ਉਦਾਸੀਆਂ ਨਰੈਣ ਦਾਸ ਦੀ ਤੋਂ ਪਹਿਲਾਂ ਸੰਪਰਦਾ ਦੀ ਸੇਵਾ ਰਹੀ। ਹਾਂ ਜੀ ਠੀਕ ਹੈ, ਕੋਈ ਇੱਕ ਬੰਦੇ 'ਚ ਕੋਈ ਚਰਿੱਤਰਹੀਣਤਾ ਆ ਗਈ ਜਾਂ ਉਹਨਾਂ 'ਚ ਕੋਈ ਐਸਾ ਆ ਗਿਆ, ਤੇ ਸਾਰਾ ਸਮਾਜ ਨਹੀਂ ਮਾੜਾ, ਸਾਰਾ ਸਮਾਜ ਨਹੀਂ ਮਾੜਾ ਹੁੰਦਾ। ਅਸੀਂ ਇੱਥੋਂ ਇਹੀ ਸਾਬਤ ਹੋ ਰਿਹਾ ਕਿ ਅਸੀਂ ਲੋਕਾਂ ਨੇ ਜਿੰਨੇ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਜੁੜਨ ਵਾਲੇ ਸੀ ਉਹਨਾਂ ਨੂੰ ਅਸੀਂ ਤੋੜ ਹੀ ਰਹੇ ਹਾਂ, ਜੋੜ ਨਹੀਂ ਰਹੇ, ਹੈ ਨਾ। ਜੇ ਹੁਣ ਤੁਸੀਂ ਦੱਸ ਰਹੇ ਹੋ ਕਿ ਵੀ ਉਸ ਜਗ੍ਹਾ 'ਤੇ ਪਟਨਾ ਸਾਹਿਬ ਤੋਂ ਅੱਗੇ 200-250 ਕਿਲੋਮੀਟਰ 'ਤੇ 2-2.5 ਕਿਲੋਮੀਟਰ, ਅੱਛਾ 2-2.5 ਕਿਲੋਮੀਟਰ 'ਤੇ, ਤੇ ਉੱਥੇ ਉਹ ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ, ਤੇ ਉਹ ਸਾਰਾ ਨਗਰ ਕਹਿ ਰਿਹਾ ਕਿ ਅਸੀਂ ਇਸ ਬਾਬੇ ਦੇ ਕਰਕੇ ਸਾਡਾ ਪਿੰਡ ਵਸਿਆ ਹੋਇਆ, ਕਹਿੰਦੇ ਲੱਖਾਂ ਪਤੀਆਂ ਸੀ, ਹੈ ਨਾ। ਤੇ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਗੁਰੂ ਸਾਹਿਬ ਦੇ ਪ੍ਰਤੀ, ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜ ਸਕੀਏ, ਨਾ ਕਿ ਤੋੜੀਏ। ਰੋਜ਼ ਪ੍ਰਕਾਸ਼ ਕਰਦੇ ਆ, ਉਹ ਰੋਜ਼ ਮਾਲੇ ਬਦਲਦੇ ਆ, ਰੋਜ਼ ਉਹ ਸੁੱਖ ਹਾਸਲ ਕਰਦੇ ਆ ਜੀ, ਪਰੰਤੂ ਬਾਕੀ ਉਹ ਥੱਲੇ ਚੱਦਰ ਨਹੀਂ ਕੋਈ, ਉੱਤੇ ਮੁਲਮਾਨ ਦੂਸਰੀ ਕੋਈ। ਚਲੋ ਅਸੀਂ ਇਹਨਾਂ ਨੂੰ ਪ੍ਰੇਰਿਤ ਕਰਕੇ ਆਏ ਵੀ ਆਹ ਕੁਛ ਕਰੋ, ਇਹ ਵੀ ਚੰਗਾ ਲੱਗਦਾ। ਹਾਂ, ਕਿਉਂਕਿ ਜੇ ਹੁਣ ਉਹਨਾਂ ਨੂੰ ਨਹੀਂ ਪਤਾ, ਉਸ ਮਰਿਆਦਾ ਦਾ ਨਹੀਂ ਪਤਾ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਮਰਿਆਦਾ ਤੋਂ ਜਾਣੂ ਕਰਾਈਏ। ਇਹ ਨਹੀਂ ਕਿ ਉੱਥੋਂ ਸਰੂਪ ਚਾ ਕੇ ਲਿਆ ਕੇ ਤੇ ਉਹਨਾਂ ਨੂੰ ਤੋੜ ਦਈਏ। ਇਹ ਅਸੀਂ ਅੱਜ ਜਿਹੜੇ ਹੁਣ ਹੈਗੇ ਨੇ ਸਤਿਕਾਰਤ ਕਮੇਟੀਆਂ, ਜੀ ਜੀ, ਮੈਂ ਇਹਨਾਂ ਨੂੰ ਕਿਹਾ ਵੀ ਚਲੋ ਮੰਨ ਲਓ ਇੱਕ ਜਗ੍ਹਾ ਵਿੱਚ ਕਮਰਾ ਛੋਟਾ ਆ, ਪੂਰਾ ਉੱਥੇ ਦੇਖ ਰੇਖ ਨਹੀਂ ਹੈ, ਤੁਸੀਂ ਕਮਰਾ ਵਧੀਆ ਬਣਾ ਕੇ ਦਿਓ, ਤੁਸੀਂ ਕਮਰਾ ਵਧੀਆ ਬਣਾ ਕੇ ਦਿਓ, ਰੁਮਾਲਾ ਸਾਹਿਬ ਲਿਆ ਦਿਓ, ਚੰਗਾ ਲਾ ਦਿਓ, ਰੁਮਾਲੇ ਲਿਆ ਕੇ ਦਿਓ, ਦੂਸਰੇ ਲਿਆਓ। ਉਸ ਬੰਦੇ ਨੂੰ ਤੁਸੀਂ ਪ੍ਰੇਰਿਤ ਕਰੋ, ਹਾਂ ਬਈ ਇਹਨੂੰ ਵਧੀਆ ਤਰੀਕੇ ਨਾਲ ਪ੍ਰਕਾਸ਼ ਕਰ, ਨਾ ਕਿ ਤੁਸੀਂ ਜਾ ਕੇ ਉਹਨੂੰ ਬੁਰਾ ਭਲਾ ਕਹਿ ਕੇ ਤੁਸੀਂ ਦਰਬਾਰ ਸਾਹਿਬ ਮਹਾਰਾਜ ਚੁੱਕ ਕੇ ਲੈ। ਚੁੱਕਣਾ ਜਿਹੜਾ ਬੁਰਾ ਆ ਉਹਨੂੰ ਚੰਗੀ ਤਰ੍ਹਾਂ ਪ੍ਰਕਾਸ਼ ਕਰਾ ਕੇ ਉਹਨੂੰ ਜੋੜਨਾ ਚੰਗਾ। ਤੁਸੀਂ ਉਹਨੂੰ ਸੁਧਰਨ ਦਾ ਟਾਈਮ ਤਾਂ ਦਿੰਦੇ ਨਹੀਂ, ਸੁਧਾਰਦੇ ਤਾਂ ਤੁਸੀਂ ਹੈ ਨਹੀਂ, ਬਲਕਿ ਉਹਦੇ ਜ਼ਰੂਰ ਪਾ ਕੇ ਤੁਸੀਂ ਦਰਬਾਰ ਸਾਹਿਬ ਚੁੱਕ ਲੈ ਕੇ, ਨਹੀਂ ਸਾਡਾ ਇਹ ਕੰਮ ਹੈ, ਤੇ ਅਗਲਾ ਟੁੱਟ ਜਾਂਦਾ, ਟੁੱਟ ਗਿਆ, ਤੇ ਉਹਦੇ ਨਾਲ ਪਤਾ ਨਹੀਂ ਕਿੰਨੇ ਲੋਕ ਜੁੜੇ ਹੁੰਦੇ ਆ ਗੁਰੂ ਸਾਹਿਬ ਨਾਲ। ਅਸੀਂ ਤੋੜ ਰਹੇ ਹਾਂ। ਤੇ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੇ, ਇਹ ਸਾਨੂੰ ਮਤਲਬ ਤੰਗ ਦਿਲੀ ਨਾਲੋਂ, ਸੌੜੀ ਸੋਚ ਨਾਲੋਂ ਪਰੇ ਹੋ ਕੇ ਸਾਨੂੰ ਖੁੱਲ੍ਹ ਦਿਲੀ ਔਰ ਫਰਾਕ ਦਿਲੀ ਅਪਣਾਉਣੀ ਚਾਹੀਦੀ ਆ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤਾਂ ਦੇ ਨਾਲ, ਜਿਹੜੇ ਸਿੱਖ ਮੱਤ ਹੈ ਉਹ ਤਾਂ ਅਸੀਂ ਹੈ ਹੀ ਹਾਂ, ਸਾਡੇ ਗਾਂ ਬੱਚੇ ਬੱਚੀਆਂ ਉਹਨਾਂ ਨੂੰ ਪਤਾ, ਜਿਹੜੇ ਹੋਰ ਲੋਕ ਹੈ ਜਿਹੜੇ ਇਹਨਾਂ ਗੱਲਾਂ ਤੋਂ ਜਾਣੂ ਨਹੀਂ, ਮਰਿਆਦਾ ਤੋਂ ਜਾਣੂ ਨਹੀਂ, ਸਿਧਾਂਤਾਂ ਤੋਂ ਜਾਣੂ ਨਹੀਂ, ਉਹਨਾਂ ਨੂੰ ਅਸੀਂ ਡਾਂਗ ਦੇ ਨਾਲ ਨਹੀਂ, ਉਹਨਾਂ ਨੂੰ ਅਸੀਂ ਪਿਆਰ ਦੇ ਨਾਲ ਸਮਝਾਈਏ, ਤਾਂ ਕਿ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ, ਉਹਦੇ ਨਾਲ ਹੋਰ ਲੋਕ ਵੀ ਜੁੜ ਸਕਣ। ਇਹ ਬਹੁਤ ਵੱਡੀ ਵਿਚਾਰਧਾਰਾ ਸੀ। ਯਤਨ ਕਰਨਾ ਕਿ ਸਾਰਿਆਂ ਨੂੰ ਇਹ ਵਿਚਾਰਾਂ ਦੇ ਨਾਲ ਜੋੜ ਸਕੀਏ। ਸਾਡਾ ਨਿਰਮਲ ਸੰਪਰਦਾ ਦਾ ਮੇਨ ਜਿਹੜਾ ਕਾਰਜ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ, ਕੀਰਤਨ ਦੁਆਰਾ, ਕਥਾ ਦੁਆਰਾ ਮਹਾਰਾਜ ਦੀ ਬਾਣੀ ਦੇ ਨਾਲ ਜੋੜਨਾ ਹੈ, ਅਤੇ ਨਿਰੰਤਰ ਉਹਦਾ ਅਸਥਾਨਾਂ ਦੇ ਉੱਤੇ ਸੰਥਿਆ ਦਿੱਤੀ ਜਾਂਦੀ ਹੈ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ, ਗੁਰਬਾਣੀ ਦਾ ਕੀਰਤਨ ਸਿਖਾਇਆ ਜਾ ਰਿਹਾ, ਸੰਤ ਮਹਾਰਾਜ ਆਪ ਖੁਦ ਗੁਰਬਾਣੀ ਦੀ ਵਿੱਦਿਆ ਬੱਚਿਆਂ ਨੂੰ ਦੇ ਰਿਹਾ, ਗੁਰ ਇਤਿਹਾਸ ਤੋਂ, ਵਿਦਾਂਤ ਤੋਂ ਜਾਣੂ ਕਰਵਾ ਰਿਹਾ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜੋ ਸਾਡੀਆਂ ਪਰੰਪਰਾ ਚੱਲਦੀਆਂ ਆ ਰਹੀਆਂ ਸੀ, ਉਹਨਾਂ ਤੋਂ ਅੱਜ ਅਸੀਂ ਜਾਣੂ ਨਹੀਂ ਹੈ, ਸਾਨੂੰ ਪਤਾ ਨਹੀਂ ਹੈ, ਅਤੇ ਅਸੀਂ ਸਾਰੇ ਇਹ ਗੱਲ ਕਹਿ ਦਿੰਦੇ ਹਾਂ ਜੀ ਇਹ ਸਾਡਾ ਨਹੀਂ। ਜਿਹੜੀ ਗੱਲ ਸਾਨੂੰ ਸਮਝ ਨਾ ਆਵੇ ਉਹਨੂੰ ਅਸੀਂ ਕਹਿੰਦੇ ਹਾਂ ਸਾਡਾ ਨਹੀਂ, ਅਸੀਂ ਜਾਣਨ ਦਾ ਯਤਨ ਨਹੀਂ ਕਰਦੇ। ਅਤੇ ਅੱਜ ਲੋੜ ਹੈ ਕਿ ਉਹਨਾਂ ਵਿਚਾਰਾਂ ਨੂੰ ਜਾਣਨ ਦਾ ਯਤਨ ਕਰੀਏ। ਬਹੁਤ ਸਾਰੀਆਂ ਵਿਚਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਤ ਮਹਾਰਾਜ ਸਿੱਖ ਪੰਥ ਦੇ ਇੱਕ ਬਹੁਤ ਮਹਾਨ ਵਿਦਵਾਨ, ਔਰ ਇਹਨਾਂ ਨੇ ਜੋ ਇਹਨਾਂ ਦੇ ਕੋਲ ਗਿਆਨ ਦਾ ਖਜ਼ਾਨਾ, ਯਤਨ ਕਰਾਂਗੇ ਸਾਰੇ ਰਲ ਕੇ ਕਿ ਇੱਕ ਇੱਕ ਸਬਜੈਕਟ ਦੇ ਉੱਤੇ ਵਿਚਾਰ ਕੀਤੀ ਜਾਵੇ,
ਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਇਹ ਲੜੀ ਨਿਰੰਤਰ ਤੁਰੀ ਰਵੇ। ਮਹਾਂਪੁਰਖਾਂ ਦਾ ਔਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।